ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਸਾਜ਼ਿਸ਼ ਦੀ, ਪਾਣੀ ਦੀ, ਹੜ੍ਹ ਦੀ, ਤਬਾਹੀ ਦੀ ਜੋ ਇਸ ਸਮੇਂ ਪੰਜਾਬ ਚੱਲ ਰਿਹਾ ਹੈ, ਖਾਸ ਤੌਰ ਤੇ ਘੱਗਰ ਦੇ ਨਾਲ ਲੱਗਦੇ ਇਲਾਕੇ ਤੇ ਦੂਜੇ ਪਾਸੇ ਦੁਆਬੇ ਦੇ ਵਿੱਚ ਵੀ। ਅੱਜ ਚਰਚਾ ਬਲੇਮ ਗੇਮ ਦੀ ਵੀ। ਇੱਕ ਪਾਸੇ ਤਬਾਹੀ ਦਾ ਮੰਜ਼ਰ ਹੈ, ਲੋਕੀ ਆਪਣੇ ਘਰਾਂ ਤੋਂ ਬੇਘਰ ਹੋ ਰਹੇ ਨੇ ਕਿਉਂਕਿ ਪਾਣੀ ਉਹਨਾਂ ਦੇ ਘਰਾਂ ਦੇ ਵੱਲ ਵੱਧ ਰਿਹਾ ਹੈ। ਸਮਾਨ ਚੁੱਕ ਕੇ, ਪਸ਼ੂਆਂ ਨੂੰ ਨਾਲ ਲੈ ਕੇ ਕਿਸੇ ਸੁਰੱਖਿਅਤ ਥਾਂ ਦੇ ਉੱਤੇ ਲੋਕ ਜਾਣ ਦੇ ਲਈ ਮਜਬੂਰ ਨੇ। ਪਰ ਇਸ ਸਭ ਦੇ ਵਿਚਾਲੇ ਸਿਆਸਤ ਹੋ ਰਹੀ ਹੈ। ਅੱਜ ਦੀ ਚਰਚਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਉਹ ਲੋਕ ਜੋ ਪਾਣੀ ਦੇ ਨਾਲ ਸਤਾਏ ਇਸ ਸਮੇਂ ਆਪਣੇ ਘਰ ਛੱਡਣ ਦੇ ਲਈ ਮਜਬੂਰ ਨੇ। ਉਹ ਸਵਾਲ ਕਰ ਰਹੇ ਨੇ ਕਿ ਪਾਣੀ ਜੋ ਆਇਆ ਕਿ ਇਹ ਕੁਦਰਤੀ ਆਫਤ ਸੀ ਜਾਂ ਇਸ ਦੇ ਪਿੱਛੇ ਕੋਈ ਚਲਾਕੀ ਖੇਡ ਦਿੱਤੀ ਗਈ, ਕੋਈ ਸਾਜ਼ਿਸ਼ ਕਰ ਦਿੱਤੀ ਗਈ ਕਿ ਵਾਕਈ ਕੁਝ ਇਸ ਤਰੀਕੇ ਨਾਲ ਪਲੈਨਿੰਗ ਕਰ ਦਿੱਤੀ ਗਈ ਕਿ ਪੰਜਾਬ ਵਾਲੇ ਪਾਸੇ ਤਬਾਹੀ ਹੋ ਜਾਏ, ਹਰਿਆਣਾ ਬਚ ਜਾਵੇ। ਪੰਜਾਬ ਤੇ ਹਰਿਆਣਾ ਦੋਵੇਂ ਦੇਸ਼ ਦਾ ਹਿੱਸਾ ਨੇ ਕਿ ਵਾਕਈ ਸਰਕਾਰਾਂ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਨੇ ਕਿ ਸਰਕਾਰਾਂ ਦੇ ਵੱਲੋਂ ਕੁਝ ਇਸ ਤਰੀਕੇ ਨਾਲ ਕਦਮ ਚੁੱਕੇ ਗਏ ਕਿ ਜਿਸ ਦੀ ਮਾਰ ਹੈ ਉਹ ਪੰਜਾਬ ਨੂੰ ਝੱਲਣੀ ਪੈ ਰਹੀ ਹੈ। ਅੱਜ ਚਰਚਾ ਇਸ ਦੇ ਉੱਤੇ। ਇਸ ਸਭ ਦੇ ਵਿਚਾਲੇ ਅਸੀਂ ਅਰਦਾਸ ਔਰ ਅਪੀਲ ਜ਼ਰੂਰ ਕਰਦੇ ਹਾਂ ਕਿ ਜਿਹੜੇ ਲੋਕ ਇਸ ਪਾਣੀ ਦੀ ਵਜ੍ਹਾ ਦੇ ਨਾਲ ਇਸ ਸਮੇਂ ਸੰਤਾਪ ਚੱਲ ਰਹੇ ਨੇ ਉਹਨਾਂ ਤੱਕ ਮਦਦ ਵੀ ਪਹੁੰਚੇ, ਪਾਣੀ ਹੇਠਾਂ ਛੇਤੀ ਉਤਰੇ, ਉਹਨਾਂ ਤੱਕ ਰਾਹਤ ਦੀ ਗੱਲ ਵੀ ਆਵੇ। ਅੱਜ ਚਰਚਾ ਹੋਏਗੀ ਕਿਉਂਕਿ ਇੱਕ ਬਿਆਨ ਆਉਂਦਾ ਹੈ ਜਿਸ ਦੇ ਵਿੱਚ ਕਿਹਾ ਗਿਆ, ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਕਿ ਅਸੀਂ ਬੰਨ ਮਜ਼ਬੂਤ ਕਰਨਾ ਚਾਹੁੰਦੇ ਸੀ, ਹਰਿਆਣਾ ਵਾਲਿਆਂ ਨੇ ਕਰ ਨਹੀਂ ਦਿੱਤਾ, ਟੁੱਟ ਗਿਆ, ਲੋਕਾਂ ਦੀ ਹੁਣ ਤਬਾਹੀ ਆ ਬਰਬਾਦੀ ਹੋ ਰਹੀ ਹੈ। ਅੱਜ ਚਰਚਾ ਇਸ ਮੁੱਦੇ ਉੱਤੇ ਸ਼ੁਰੂਆਤ ਇੱਕ ਰਿਪੋਰਟ ਦੇ ਨਾਲ ਕਰਨ ਜਾ ਰਹੇ ਹਾਂ ਕਿਉਂਕਿ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਬਹੁਤ ਸਾਰੇ ਇਸ਼ੂਜ਼ ਨੇ। ਚੰਡੀਗੜ੍ਹ ਦਾ, SYL ਦਾ, ਪੰਜਾਬੀ ਬੋਲਦੇ, ਹਿੰਦੀ ਬੋਲਦੇ ਇਲਾਕਿਆਂ ਦਾ, ਹੋਰ ਵੀ ਕਈ ਇਸ਼ੂਜ਼ ਨੇ ਤੇ ਹੁਣ ਇੱਕ ਨਵਾਂ ਹੜ੍ਹ ਦੇ ਉੱਤੇ ਵੀ ਪੰਜਾਬ ਵਰਸਸ ਹਰਿਆਣਾ ਪੂਰੀ ਪਿਕਚਰ ਨਜ਼ਰ ਆ ਰਹੀ ਹੈ। ਸ਼ੁਰੂਆਤ ਕਰਦੇ ਹਾਂ ਇੱਕ ਰਿਪੋਰਟ ਦੇ ਨਾਲ। ਗੱਲ ਹੋਵੇਗੀ ਹੜ੍ਹਾਂ ਦੇ ਉੱਤੇ ਵੀ ਹੁੰਦੇ ਬਲੇਮ ਗੇਮ। ਪੰਜਾਬ ਅਤੇ ਹਰਿਆਣਾ ਦੇ ਸਰਹੱਦੀ ਇਲਾਕਿਆਂ 'ਚੋਂ ਮਾਨਸਾ ਦੇ ਇਲਾਕੇ ਵਿੱਚ ਇਹ ਚਾਂਦੀਪੁਰਾ ਬੰਨ ਤੋਂ ਆਇਆ ਪਾਣੀ ਹੈ। ਇਸ ਪਾਣੀ ਦੀ ਪੰਜਾਬ ਵਿੱਚ ਆਮਦ ਨੇ ਪਿੰਡ ਦੇ ਲੋਕਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਨੇ। ਚਾਂਦਪੁਰੇ ਘੱਗਰ ਦਰਿਆ ਦੇ ਕੋਲ ਦੀਆਂ ਦਿਖਾ ਰਹੇ ਹਾਂ ਕਿ ਚਾਰੇ ਪਾਸੇ ਪਾਣੀ ਹੀ ਪਾਣੀ, ਸਮੁੰਦਰ ਵਰਗਾ ਨਜ਼ਾਰਾ ਆ ਰਿਹਾ। ਮੋਟਰਾਂ ਤੇ ਹੋਰ ਸਮਾਨ ਹੈ ਜਿਹੜਾ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ। ਇਸ ਸਭ ਦੇ ਵਿਚਾਲੇ ਇਸ ਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਦਰਅਸਲ ਦੋਵੇਂ ਸੂਬਿਆਂ ਦੇ ਸਿਆਸਤਦਾਨ ਇਸ ਪੂਰੀ ਮੁਸ਼ਕਿਲ ਨੂੰ ਆਪੋ ਆਪਣੇ ਤਰੀਕੇ ਬਿਆਨ ਕਰ ਰਹੇ ਨੇ। ਸਰਦੂਲਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬੜਾਵਾਲੀ ਦਾ ਕਹਿਣਾ ਹੈ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੇ ਵਲੰਟੀਅਰਸ ਨੂੰ ਬੰਨ ਨੂੰ ਮਜ਼ਬੂਤ ਕਰਨ ਤੋਂ ਹਟਾ ਦਿੱਤਾ, ਜਦਕਿ ਇਸ ਤੇ ਹਰਿਆਣਾ ਬੀਜੇਪੀ ਦੇ ਸਾਬਕਾ ਪ੍ਰਧਾਨ ਸੁਭਾਸ਼ ਬਰਾਲਾ ਦਾ ਕਹਿਣਾ ਹੈ ਕਿ ਬੰਨ ਸਾਡੇ ਇਲਾਕੇ ਵਿੱਚ ਸੀ, ਸੋ ਇੰਤਜ਼ਾਮ ਕਰਨਾ ਵੀ ਸਾਡੀ ਜ਼ਿੰਮੇਵਾਰੀ ਸੀ। ਗੁਰਪ੍ਰੀਤ ਸਿੰਘ ਬੜਾਵਾਲੀ ਨੇ ਇਲਜ਼ਾਮ ਲਾਇਆ ਕਿ ਹਰਿਆਣਾ ਪ੍ਰਸ਼ਾਸਨ ਧਾਰਾ 144 ਲਗਾ ਕੇ ਉਹਨਾਂ ਨੂੰ ਰੋਕ ਗਿਆ, ਜਦਕਿ ਸੁਭਾਸ਼ ਬਰਾਲਾ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਲੋਕਾਂ ਦੇ ਵਿਚਾਲੇ ਪਾਣੀ ਨੂੰ ਲੈ ਕੇ ਝਗੜਾ ਹੋਇਆ ਸੀ और इससे करके धारा 144 लानी पई सी। तलवारा गांव में पानी को कोई कुछ लोग तोड़ना चाहते थे, कुछ लोग रोकना चाहते थे क्योंकि कुछ घरों में इस प्रकार की आपदा आने की संभावना थी। वहां पर आपस में झगड़ा हुआ। वहां पर आप देखेंगे कि हमारे ही लोग, उसी गांव के लोग हॉस्पिटलाइज्ड हैं। ऐसी घटना ना हो इस कारण से जिला प्रशासन ने ये एहतियातन कदम उठाया है। हालांकि सरदूलगढ़ तो आम आदमी पार्टी के विधायक गुरप्रीत सिंह बड़ावाली का यह भी दावा है कि जेकर घग्गर नूं मकरोड़ साहब तो अगे चैनलाइज करने की पंजाब की कोशिश ते हरियाणा सरकार सुप्रीम कोर्ट दे विच रिट दाखिल ना करदी तां शायद ये हालात ना बनदे अते घग्गर दे नाल दोवें सूबिਆਂ विच लोकां नूं मुश्किल दरपेश ना आउंदी। उधर हरियाणा भाजपा का कहना है कि इस पूरे मामले ते सियासत की जा रही है जो सही नहीं है अते असीं इस मसले दे विच सहयोग दे लई तैयार हां। तो जी ਅਸੀਂ ਕਹਿੰਦੇ ਆਗੇ ਕੁਦਰਤੀ ਕਰੋਪੀ ਤਾਂ ਹੈ ਪਰ 144 ਲਗਾਉਣ ਦੀ ਉੱਥੇ ਕੀ ਜ਼ਰੂਰਤ ਸੀ। ਕੱਲ ਐਸਐਸਪੀ ਆ ਕੇ ਉੱਥੋਂ ਦੇ ਡੀਸੀ ਆ ਕੇ ਸਾਨੂੰ ਉੱਥੇ ਜਿੰਨੇ ਵੀ ਸਾਡੇ ਸੀਗੇ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਨੂੰ ਉੱਥੇ ਹਟਾਇਆ ਗਿਆ। ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਰੈਸਟ ਕਰ ਲਾਂਗੇ। ਅਸੀਂ ਤਾਂ ਆਪ ਕੋਆਪਰੇਟ ਕਰ ਰਹੇ ਹਾਂ। ਬਰਾਲਾ ਸਾਹਿਬ ਨੇ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਬੰਨ ਦਾ ਇਸ ਸਾਈਡ ਆ ਤੁਹਾਡੇ ਆਪਣੇ ਹਰਿਆਣੇ ਦੇ ਪਿੰਡ ਵੀ ਨੇ ਤਾਂ ਤੁਸੀਂ ਸਾਨੂੰ ਉੱਥੋਂ ਹਟਾਇਆ ਕਿ 144 ਲਗਾਉਣ ਦੀ ਕੀ ਜ਼ਰੂਰਤ ਪੈ ਗਈ। ਅਸੀਂ ਤਾਂ ਬੰਨ ਨੂੰ ਮਜ਼ਬੂਤੀ ਕਰ ਰਹੇ ਸੀ, ਅਸੀਂ ਸਹਿਯੋਗ ਵੀ ਦੇ ਰਹੇ ਸੀ। ਅਸੀਂ ਕਹਿੰਦੇ ਕੁਦਰਤੀ ਕਰੋਪੀ ਦੇ ਵਿੱਚ ਹਰਿਆਣੇ ਨੂੰ ਸਾਡਾ ਸਾਥ ਦੇਣਾ ਚਾਹੀਦਾ।
ਪਾਣੀ ਆਪਣਾ ਰਾਹ ਖੁਦ ਤਿਆਰ ਕਰਦਾ ਹੈ, ਪਰ ਪਾਣੀ ਦਾ ਤੇਜ਼ ਵਹਾਅ ਜਦੋਂ ਆਮ ਲੋਕਾਂ ਨੂੰ ਮੁਸ਼ਕਿਲਾਂ ਵਿੱਚ ਪਾਣ ਲੱਗ ਜਾਵੇ ਤਾਂ ਸਿਆਸਤਦਾਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਪੂਰੇ ਮਾਮਲੇ ਤੇ ਨਿਰੋਲ ਸਿਆਸਤ ਕੀਤੀ ਜਾਵੇ, ਇਲਜ਼ਾਮ ਤਰਾਸ਼ੀਆਂ ਕੀਤੀਆਂ ਜਾਣ ਜਾਂ ਲੋਕਾਂ ਨੂੰ ਬਚਾਉਣ ਦਾ ਰਾਹ ਲੱਭਿਆ ਜਾਵੇ। ਮਾਨਸਾ ਤੋਂ ਬਲਦੇਵ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਹੜ ਤੇ ਬਲੇਮ ਗੇਮ ਹੋ ਰਹੀ ਹੈ। ਅਸੀਂ ਗੱਲਬਾਤ ਕਰਾਂਗੇ ਇਸ ਪੂਰੇ ਮੁੱਦੇ ਉੱਤੇ। ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਨੁਮਾਇੰਦੇ ਵੀ ਸਾਡੇ ਨਾਲ ਹੋਣ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਤੇ ਹਰਿਆਣਾ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦੇ ਵੀ ਸਾਡੇ ਨਾਲ ਜੁੜਨ। ਪਰ ਪਹਿਲਾਂ ਡਿਬੇਟ ਪੁਆਇੰਟ ਜਿਨ੍ਹਾਂ ਦੇ ਉੱਤੇ ਪੂਰੀ ਫੋਕਸ ਰਹੇਗੀ ਅੱਜ ਦੀ ਡਿਬੇਟ, ਜਿਨ੍ਹਾਂ ਦੇ ਉੱਤੇ ਗੱਲਬਾਤ ਇਸ ਕਰਕੇ ਹੋਣੀ ਜ਼ਰੂਰੀ ਹੈ ਕਿ ਵਾਕਈ ਹੀ ਪੰਜਾਬ ਵਾਲੇ ਪਾਸੇ ਬੰਨ ਨੂੰ ਮਜ਼ਬੂਤ ਨਹੀਂ ਕਰਨ ਦਿੱਤਾ ਗਿਆ ਔਰ ਪੰਜਾਬ ਦਾ ਨੁਕਸਾਨ ਹੋਇਆ, ਕਿ ਇਸ ਦਾ ਇੱਕ ਇਹ ਵੀ ਮਤਲਬ ਕੱਢਿਆ ਜਾਵੇ ਕਿ ਪਾਣੀ ਦਾ ਵਹਾਅ ਤਾਂ ਬਹੁਤ ਜ਼ਿਆਦਾ ਸੀ, ਪਾਣੀ ਤਾਂ ਘੱਗਰ ਦੇ ਵਿੱਚ ਪੂਰਾ ਸੀ, ਤਾਂ ਕਿ ਜੇ ਪੰਜਾਬ ਵਾਲੇ ਪਾਸੇ ਬੰਨ ਨਾ ਟੁੱਟਦਾ ਤਾਂ ਹਰਿਆਣਾ ਵਾਲੇ ਪਾਸੇ ਟੁੱਟ ਜਾਂਦਾ। ਇੱਕ ਪਾਸੇ ਤਾਂ ਤਬਾਹੀ ਹੋਣੀ ਸੀ, ਤਾਂ ਕਿਹੜੇ ਪਾਸੇ ਨੂੰ ਚੁਣ ਲਿਆ ਗਿਆ। ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਕੁਝ ਡਿਬੇਟ ਪੁਆਇੰਟਸ। ਪੁਆਇੰਟ ਨੰਬਰ 1, ਕਿਉਂ ਟੁੱਟਿਆ ਚਾਂਦਪੁਰ ਵਾਲਾ ਬੰਨ? ਕਿ ਵਾਕਈ ਸਰਕਾਰਾਂ ਦੀ, ਪ੍ਰਸ਼ਾਸਨ ਦੀ ਕੋਈ ਲਾਪਰਵਾਹੀ ਸੀ ਇਸ ਕਰਕੇ ਟੁੱਟਿਆ, ਕਿ ਜੇ ਹਰਿਆਣਾ ਦੀ ਸਰਕਾਰ ਜਾਂ ਪ੍ਰਸ਼ਾਸਨ ਉੱਥੇ ਨਾ ਪਹੁੰਚਦੇ ਔਰ ਬੰਨ ਨੂੰ ਮਜ਼ਬੂਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਨਾ ਰੋਕਿਆ ਜਾਂਦਾ ਤਾਂ ਕਿ ਇਹ ਬੰਨ ਟੁੱਟਣ ਤੋਂ ਰੋਕਿਆ ਜਾ ਸਕਦਾ ਸੀ। ਇਹ ਸਵਾਲ ਅੱਜ ਇਸ ਦੇ ਉੱਤੇ ਗੱਲਬਾਤ ਹੋਏਗੀ। ਅਗਲਾ ਪੁਆਇੰਟ ਇਹ ਵੀ ਹੈ ਕਿ 24 ਘੰਟੇ ਦੇ ਵਿੱਚ ਇਸ ਦੀ ਮੁਰੰਮਤ ਹੋ ਸਕਦੀ ਸੀ, ਕਿ 24 ਘੰਟੇ ਪਹਿਲਾਂ ਜਾਂ 48 ਘੰਟੇ ਪਹਿਲਾਂ ਇਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਸੀ। ਜੋ ਜ਼ਿਕਰ ਹੋ ਰਿਹਾ ਕਿ ਬੰਨ ਨੂੰ ਤਾਂ ਅਸੀਂ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਸੀ ਕਿ ਉਹ ਕੋਸ਼ਿਸ਼ ਦੇ ਨਾਲ ਇਹ ਬੰਨ ਟੁੱਟਣ ਤੋਂ ਬਚਾਇਆ ਜਾ ਸਕਦਾ ਸੀ। ਅਗਲਾ ਡਿਬੇਟ ਪੁਆਇੰਟ ਹੈ ਜਿਹੜਾ ਤੀਜਾ, ਹੜ੍ਹ ਦੇ ਉੱਤੇ ਵੀ ਪੰਜਾਬ ਵਰਸਸ ਹਰਿਆਣਾ। ਇਹ ਤੁਸੀਂ ਕਹਿ ਸਕਦੇ ਹੋ ਇੱਕ ਤਰੀਕੇ ਨਾਲ ਸਾਡੇ ਸੂਬਿਆਂ ਦੀ ਤਰਾਜ਼ਦੀ ਹੈ। ਹਰਿਆਣਾ ਵਾਲੇ ਕੋਈ ਪਰਾਏ ਤਾਂ ਹੈ ਨਹੀਂ, ਪਰ ਗੱਲ ਇਹ ਹੈ ਕਿ ਵੱਖ-ਵੱਖ ਮੁੱਦਿਆਂ ਉੱਤੇ ਆਮੋ ਸਾਹਮਣੇ ਅਸੀਂ ਹੋ ਜਾਂਦੇ ਹਾਂ। ਕਿਸਾਨ ਅੰਦੋਲਨ ਹੁੰਦਾ ਹੈ, ਬਹੁਤ ਭਾਈਚਾਰਾ ਪੰਜਾਬ ਹਰਿਆਣਾ ਦੇ ਕਿਸਾਨਾਂ ਦੇ ਵਿਚਾਲੇ ਦੇਖ ਗਿਆ ਸੀ, ਪਰ ਬਾਵਜੂਦ ਇਸ ਦੇ ਵੱਖ-ਵੱਖ ਮੁੱਦਿਆਂ ਉੱਤੇ ਸਿਆਸੀ ਤੌਰ ਦੇ ਉੱਤੇ ਆਪਸ ਦੇ ਵਿੱਚ ਖਹਿਬੜਬਾਜ਼ੀ ਜਿਹੜੀ ਹੈ ਉਹ ਰੁਕਣ ਦਾ ਨਾਮ ਨਹੀਂ ਲੈਂਦੀ। ਅੱਜ ਚਰਚਾ ਇਸ ਦੇ ਉੱਤੇ ਹੋਈ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ। ਗੱਲਬਾਤ ਸਵਾਲ ਉਹਨਾਂ ਤੋਂ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਗੁਰਪ੍ਰੀਤ ਸਿੰਘ ਬਣਾਵਾਲੀ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਸਰਦੂਲਗੜ੍ਹ ਤੋਂ, ਉਸ ਪੂਰੇ ਇਲਾਕੇ ਤੋਂ ਆਉਂਦੇ ਨੇ ਜਿੱਥੇ ਪੂਰੀ ਹੜ੍ਹ ਦੀ ਮਾਰ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਬਣਾਵਾਲੀ ਜੀ, ਬਹੁਤ ਬਹੁਤ ਸਵਾਗਤ ਹੈ। ਵਿਰਸਾ ਸਿੰਘ ਵਲਟੋਹਾ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਵਲਟੋਹਾ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਵਰਿੰਦਰ ਚੌਹਾਨ ਜੀ ਜੁੜ ਰਹੇ ਨੇ, ਹਰਿਆਣਾ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚੌਹਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਰਵਿੰਦਰ ਢੁੱਲ ਜੀ ਜੁੜ ਰਹੇ ਨੇ, ਹਰਿਆਣਾ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਢੁੱਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਬਣਾਵਾਲੀ ਸਾਹਿਬ ਤੋਂ, ਆਮ ਆਦਮੀ ਪਾਰਟੀ ਦੇ ਐਮਐਲਏ ਸਾਡੇ ਨਾਲ ਜੁੜੇ ਹੋਏ ਨੇ। ਬਣਾਵਾਲੀ ਸਾਹਿਬ, ਪਹਿਲਾ ਸਵਾਲ ਬਹੁਤ ਸਿੱਧਾ, ਕੋਸ਼ਿਸ਼ ਕਰਾਂਗੇ ਕਿ ਡਿਬੇਟ 2 ਦਾ ਪੁਆਇੰਟ ਰੱਖਣ ਦੀ ਕੋਸ਼ਿਸ਼ ਕਰੀਏ, ਲੋਕਾਂ ਤੱਕ ਗੱਲ ਪਹੁੰਚੇ, ਜਿਹੜੇ ਤੁਹਾਡੇ ਇਲਾਕੇ ਦੇ ਲੋਕ ਨੇ ਜਾਂ ਜਿਹੜੇ ਇਸ ਸਮੇਂ ਪਾਣੀ ਦੀ ਮਾਰ ਚੱਲ ਰਹੇ ਨੇ ਉਹਨਾਂ ਨੂੰ ਪਤਾ ਲੱਗੇ ਆਖਿਰ ਹੋਇਆ ਕੀ ਹੈ। ਪੁਆਇੰਟ ਨੰਬਰ 1, ਪਹਿਲਾ ਸਵਾਲ, ਹੜ੍ਹ ਦੀ ਜ਼ਿੰਮੇਵਾਰੀ ਹਰਿਆਣਾ ਦੀ ਕਿਵੇਂ? ਕਿ ਵਾਕਈ ਹਰਿਆਣਾ ਦੀ ਵਜ੍ਹਾ ਦੇ ਨਾਲ ਤੁਸੀਂ ਜ਼ਿੰਮੇਵਾਰ ਦੱਸ ਰਹੇ ਹੋ ਹਰਿਆਣਾ ਨੂੰ, ਉਹਦਾ ਬੇਸ ਕੀ ਹੈ, ਆਧਾਰ ਕੀ ਹੈ ਕਿ ਵਾਕਈ ਹਰਿਆਣਾ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਵਿੱਚ ਤਬਾਹੀ ਹੋ ਰਹੀ? ਗੌਰਵ ਜੀ, ਜਿਹੜਾ ਪਾਣੀ ਆ ਲਗਾਤਾਰ 3 ਦਿਨਾਂ ਤੋਂ ਇਸੇ ਜਿੰਨੀ ਹੈਗੇ ਲੈਵਲ ਤੇ ਚੱਲ ਰਿਹਾ ਸੀਗਾ ਜੀ। ਕੱਲ ਅਚਾਨਕ ਕੀ ਹੋਇਆ ਕਿ ਸਵੇਰੇ ਫਤਿਆਬਾਦ ਦੇ ਡੀਸੀ ਮੈਡਮ, ਐਸਐਸਪੀ ਮੈਡਮ ਦੋਨੋਂ ਆਏ, ਨਾਲ 200 ਤੋਂ 300 ਪੁਲਿਸ ਮੁਲਾਜ਼ਮ ਸੀ ਉਹਨਾਂ ਦੇ। ਤਾਂ ਉਹਨਾਂ ਨੇ ਇੱਕਦਮ ਆ ਕੇ ਕਿਹਾ ਕਿ ਜਿਹੜੇ ਬੰਨ ਨੂੰ ਅਸੀਂ ਮਜ਼ਬੂਤ ਕਰ ਰਹੇ ਸੀ ਪੰਜਾਬ ਵਾਲੇ ਪਾਸਿਓਂ, ਉਹ ਬੰਨ ਹਰਿਆਣੇ ਦੇ ਵਿੱਚ ਪੈਂਦਾ ਗੌਰਵ ਜੀ। ਤਾਂ ਉਹਨਾਂ ਨੇ ਆਖਿਆ ਕਿ ਸਾਡਾ ਇਲਾਕਾ ਖਾਲੀ ਕਰੋ, ਤੁਸੀਂ ਇੱਥੋਂ ਜਾਓ। ਤੇ ਜਿਹੜੇ ਸਾਡੇ ਉੱਥੇ ਅਧਿਕਾਰੀ ਸੀ, ਐਸਡੀਓ, ਬੀਡੀਪੀਓ, ਜਿਹੜੇ ਸਿਵਲ ਅਧਿਕਾਰੀ ਸੀ, ਪੁਲਿਸ ਅਧਿਕਾਰੀ ਸੀ, ਉਹਨਾਂ ਦੇ ਨਾਮ ਲਿਖੇ ਕਿ ਤੁਹਾਡੇ ਤੇ ਅਸੀਂ ਪਰਚਾ ਦਰਜ ਕਰਕੇ ਅਰੈਸਟ ਕਰ ਲਾਂਗੇ ਜੇ ਤੁਸੀਂ ਸਾਡਾ ਇਲਾਕਾ ਖਾਲੀ ਨਾ ਕੀਤਾ। ਤੇ ਉੱਥੇ ਇਹਨਾਂ ਨੇ ਬੈਰੀਕੇਡਿੰਗ ਲਗਾ ਕੇ ਪੁਲਿਸ ਲਗਾ ਦਿੱਤੀ ਤਾਂ ਕਿ ਕੋਈ ਵੀ ਨੌਜਵਾਨ ਜਾਂ ਕੰਮ ਕਰਨ ਵਾਲਾ ਬੰਨ ਤੇ ਨਾ ਪਹੁੰਚ ਸਕੇ। ਅਸੀਂ ਕਹਿੰਦੇ ਕਿ ਬੰਨ ਅਸੀਂ ਪਹਿਲਾਂ ਟੁੱਟਣ ਨਹੀਂ ਦਿੱਤਾ, ਲਗਾਤਾਰ 4 ਦਿਨਾਂ ਦਾ ਇਸੇ ਲੈਵਲ ਤੇ ਪਾਣੀ ਚੱਲ ਰਿਹਾ ਸੀ। ਪਰ ਕੱਲ ਜਦੋਂ ਸਾਨੂੰ ਪਿੱਛੇ ਹਟਾਤਾ ਤੇ ਰਾਤ ਨੂੰ ਇਹ ਬੰਨ ਟੁੱਟ ਗਿਆ, ਜਿਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ। ਤੇ ਧਾਰਾ 144 ਲਗਾਉਣ ਦੀ ਕੀ ਲੋੜ ਪੈ ਗਈ ਸੀ, ਜਦੋਂ ਕਿ ਸਾਡੇ ਨਾਲ ਹਰਿਆਣੇ ਦੇ ਪਿੰਡ ਜਿਹੜੇ ਪੰਜਾਬ ਵਾਲੇ ਪਾਸੇ ਪੈਂਦੇ ਨੇ ਉਹ ਵੀ ਸਾਡੇ ਨਾਲ ਖੜੇ ਸੀ ਕਿ ਤੁਸੀਂ ਇੱਥੇ ਸਾਨੂੰ ਨਹੀਂ ਦੂਰ ਕਰ ਸਕਦੇ। ਇਹਨਾਂ ਨੇ ਉਹਨਾਂ ਨੂੰ ਵੀ ਡਾਂਗਾ ਦਿਖਾ ਕੇ ਪਰਾਂ ਭਜਾਤਾ ਤਾਂ ਕਿ ਇੱਥੇ ਨਾ ਜਾਓ, ਕਿਉਂਕਿ ਜਿਹੜਾ ਬੰਨ ਆ ਉਹ ਹਰਿਆਣੇ ਦੇ ਖੇਤਰ 'ਚ ਪੈਂਦਾ, ਅਸੀਂ ਪਿੱਛੇ ਹਟ ਗਏ। ਇਸੇ ਵਜ੍ਹਾ ਦੇ ਨਾਲ ਆ ਕਿ ਜੇ ਸਾਡੀ ਉੱਥੇ ਇੰਨੇ ਦਿਨ ਮੁਸਤੈਦੀ ਸੀ, ਅਸੀਂ ਉੱਥੇ ਰਹਿੰਦੇ ਤਾਂ ਬੰਨ ਨਹੀਂ ਟੁੱਟਣਾ ਸੀਗਾ। ਇਹ ਧਾਰਾ 144 ਤੇ ਸਾਡੇ ਤੇ ਸਖਤੀ ਨਾਲ ਪਿੱਛੇ ਹਟਾਉਣ ਕਰਕੇ ਬੰਨ ਟੁੱਟਿਆ।
ਜਿਹਦੀ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਤੇ ਉੱਥੋਂ ਦਾ ਫਤਿਆਬਾਦ ਦਾ ਪ੍ਰਸ਼ਾਸਨ ਹੈ। ਠੀਕ ਹੈ ਬਣਾਵਾਲੀ ਸਾਹਿਬ, ਇਸ ਦੇ ਵਿੱਚ ਹਰਿਆਣਾ ਦਾ ਕੀ ਫਾਇਦਾ? ਜੇ ਇੱਕ ਪੁਆਇੰਟ ਤੇ ਤੁਹਾਡੀ ਗੱਲ ਮੰਨਦੇ ਆ ਤਾਂ ਲੋਕ ਇਹ ਵੀ ਸਮਝਣਾ ਚਾਹੁੰਦੇ ਹੋਣਗੇ ਨਾ ਕਿ ਜੇ ਟੁੱਟ ਗਿਆ ਪੰਜਾਬ ਵਾਲੇ ਪਾਸੇ ਨੂੰ, ਹਰਿਆਣਾ ਨੂੰ ਉਸ ਦਾ ਕੀ ਫਾਇਦਾ ਹੋ ਗਿਆ? ਗੌਰਵ ਜੀ, ਜਿਹੜਾ ਪਾਣੀ ਦਾ ਵਹਾਅ ਸੀ ਉਹ ਵੱਧ ਰਿਹਾ ਸੀਗਾ, ਦੋਨੇ ਪਾਸੇ ਵਾਲੇ ਆਪਣੇ ਆਪਣੇ ਬੰਨ ਨੂੰ ਮਜ਼ਬੂਤ ਕਰ ਰਹੇ ਸੀਗੇ, ਤਾਂ ਅਸੀਂ ਕਹਿੰਦੇ ਸੀ ਕਿ ਇੱਥੋਂ ਬੰਨ ਟੁੱਟੇ ਹੀ ਨਾ। ਪਰ ਪਤਾ ਨਹੀਂ ਕਿਉਂ ਪ੍ਰਸ਼ਾਸਨ ਨੂੰ ਲੱਗਿਆ ਕਿ ਜੇ ਬੰਨ ਹਰਿਆਣੇ ਵਾਲੀ ਸਾਈਡ ਟੁੱਟ ਗਿਆ ਤਾਂ ਹਰਿਆਣੇ ਦਾ ਜ਼ਿਆਦਾ ਨੁਕਸਾਨ ਹੋਊਗਾ, ਕਿਉਂਕਿ ਨਾਲ ਭਾਖੜਾ ਨਹਿਰ ਜਾਂਦੀ ਹੈ ਜਿਹੜੀ ਕਿ ਇੱਕ ਪੁਲ ਦਾ ਕੰਮ ਕਰਦੀ ਹੈ, ਫਿਰ ਪਾਣੀ ਪੰਜਾਬ ਵਾਲੇ ਪਾਸੇ ਨਹੀਂ ਆਉਣਾ ਸੀ। ਇਸ ਕਰਕੇ ਉਹਨਾਂ ਨੇ ਜਿਹੜੇ ਪੰਜਾਬ ਦੇ ਲੋਕ, ਸਾਡਾ ਕੂਲਰੀਆਂ ਪਿੰਡ ਹੈ, ਜਿਹੜੇ ਗੋਰਖਨਾਥ ਆ, ਜਿਹੜੇ ਨਾਲ ਸਾਡੇ 3-4 ਹਰਿਆਣੇ ਦੇ ਪਿੰਡ ਸਿਰਫ 3 ਪਿੰਡ ਉਹ ਵੀ ਲੱਗੇ ਹੋਏ ਸੀ, ਤਾਂ ਸਾਨੂੰ ਕਹਿੰਦਾ ਕਿ ਤੁਸੀਂ ਇਸ ਬੰਨ ਤੇ ਆ ਨਹੀਂ ਸਕਦੇ। ਕਾਰਨ ਇੱਕੋ ਸੀ ਕਿ ਜੇ ਪੰਜਾਬ ਵਾਲੇ ਪਾਸੇ ਟੁੱਟਿਆ ਤਾਂ ਹੁਣ ਸਾਡਾ ਮਾਨਸਾ ਜ਼ਿਲ੍ਹਾ ਤੇ ਪੰਜਾਬ ਡੁੱਬੂਗਾ, ਜੇ ਉਸ ਪਾਸੇ ਟੁੱਟਦਾ ਤਾਂ ਹਰਿਆਣੇ ਦਾ ਨੁਕਸਾਨ ਹੋਣਾ ਸੀਗਾ। ਅਸੀਂ ਤਾਂ ਆਪ ਕਹਿੰਦੇ ਕਿ ਧਾਰਾ 144 ਲਗਾਉਣ ਦੀ ਉੱਥੇ ਕੀ ਜ਼ਰੂਰਤ ਪੈ ਗਈ? ਕਿਉਂ ਸਾਡੇ ਅਫਸਰਾਂ ਨੂੰ ਪਿੱਛੇ ਹਟਾਇਆ ਗਿਆ? ਕਿਉਂ ਸਾਡੇ ਕੰਮ ਕਰਨ ਵਾਲਿਆਂ ਨੂੰ ਉੱਥੇ ਨਾਕੇਬੰਦੀ ਕਰਕੇ ਉਹਨਾਂ ਨੂੰ ਕਹਿ ਕੇ ਤੁਸੀਂ ਪਿੱਛੇ ਹਟੋ, ਨਹੀਂ ਤੁਹਾਡੇ ਮੋਟਰਸਾਈਕਲ ਵਹੀਕਲ ਫੜ ਕੇ ਅੰਦਰ ਕਰ ਦਾਂਗੇ, ਤੁਹਾਨੂੰ ਅਰੈਸਟ ਕਰ ਲਾਂਗੇ। ਸੋ ਇਸ ਕਾਰਨ ਕਰਕੇ ਜਿਹੜਾ ਅੱਜ ਨੁਕਸਾਨ ਸਾਡੇ ਮਾਨਸਾ ਜ਼ਿਲ੍ਹੇ ਦਾ ਹੋ ਰਿਹਾ, ਜੇ ਅਸੀਂ ਬੰਨ ਤੇ ਰਹਿੰਦੇ ਜਿੱਥੇ ਇੰਨੇ ਦਿਨ ਨਹੀਂ ਟੁੱਟਣ ਦਿੱਤਾ ਤੇ ਬੰਨ ਅਸੀਂ ਬ੍ਰੀਚ ਨਹੀਂ ਹੋਣ ਦੇਣਾ ਸੀ। ਠੀਕ ਹੈ, ਮੈਂ ਸਰ ਤੁਹਾਡੇ ਕੋਲ ਵਾਪਸ ਆਉਣਾ। ਮੈਂ ਆਪਣੇ ਦਰਸ਼ਕਾਂ ਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦਾ। ਬਹੁਤ ਸਾਰੇ ਲੋਕ ਜਿਹੜੇ ਉਸ ਇਲਾਕੇ ਦੇ ਰਹੇ ਉਹਨਾਂ ਨੂੰ ਬਖੂਬੀ ਪਤਾ ਹੋਏਗਾ। ਦਰਅਸਲ ਜਦੋਂ ਘੱਗਰ ਲੰਘ ਰਹੀ ਹੈ ਤਾਂ ਇਹ ਬੰਨ ਹਰਿਆਣਾ ਵਾਲੇ ਪਾਸੇ ਹੈ, ਪਰ ਉਸ ਤੋਂ ਜ਼ਿਆਦਾ ਦੂਰ ਪੰਜਾਬ ਦੇ ਪਿੰਡ ਨਹੀਂ ਸੇ। ਉਹ ਸਾਹਮਣੇ ਪਤਾ ਲੱਗਦਾ ਨਾ ਕਿ ਸਾਹਮਣੇ ਉਹ ਘੱਗਰ ਲੰਘ ਰਹੀ ਹੈ, ਹਰਿਆਣਾ ਦੀ ਹੱਦ ਦੇ ਵਿੱਚ ਪੈਂਦੀ ਹੈ। ਤਾਂ ਜੇ ਹੁਣ ਉਹ ਟੁੱਟੇਗਾ ਬੰਨ ਜਾਂ ਫਿਰ ਉਹ ਘੱਗਰ ਦਾ ਕੋਈ ਪਾੜ ਪੈਂਦਾ ਹੈ ਤਾਂ ਫਿਰ ਪਾਣੀ ਨੇ ਹੱਦ ਤਾਂ ਦੇਖਣੀ ਨਹੀਂ ਕਿ ਨਹੀਂ ਇਹ ਹਰਿਆਣਾ ਵਾਲਾ ਹਿੱਸਾ, ਮੈਂ ਇੱਥੇ ਹੀ ਰਹਾਂ। ਪਾਣੀ ਨੇ ਤਾਂ ਮਾਰ ਕਰਨੀ, ਉਹ ਚਾਹੇ ਪੰਜਾਬ ਦਾ ਹਿੱਸਾ ਹੋਵੇ, ਹਰਿਆਣਾ ਦਾ ਹਿੱਸਾ ਹੋਵੇ, ਉਹ ਸਾਰੇ ਪਾਸੇ ਪਹੁੰਚਦਾ। ਵਰਿੰਦਰ ਚੌਹਾਨ ਜੀ ਸਾਡੇ ਨਾਲ ਨੇ, हरियाणा बीजेपी ਨੂੰ रिप्रेजेंट कर रहे हैं। चौहान साहब, देखिए सीधे एलिगेशंस हैं, आप जिम्मेवार हैं पंजाब में तबाही के। देखिए, पंजाब में और दिल्ली में दुर्योग से, पंजाब का भी मैं इसको दुर्भाग्य कहता हूं, दिल्ली का भी दुर्भाग्य कहता हूं, वहां एक ऐसी पार्टी की सरकार है जो निराधार बातें करने के लिए, झूठ प्रचार करने के लिए, फर्जी मसले गढ़ने के लिए सारी दुनिया में विख्यात हो गई है। इनके जो मुखिया हैं अरविंद केजरीवाल, वहां से लेकर और पंजाब में इनके मंत्रियों विधायकों तक, उनका हाल ये है कि अपनी नाकामयाबी का ठीकरा ये पड़ोसी के सिर पे, ग्वांडी के सिर पे फोड़ने के लिए तैयार रहते हैं। और ऐसा लगता है कि इनको स्पेशली बाढ़ राहत में लोगों की मदद करने के बजाय इस बात के लिए मीटिंग करके ट्रेनिंग दी जाती है आजकल कि जल्दी से जल्दी जहां इनका लुटिया डूबती दिखे वहां ठीकरा किसी और के सिर पे फोड़ दो। आप तमाशा देख रहे होंगे कि दिल्ली में बैठा हुआ आम आदमी पार्टी का मुखिया और दिल्ली का मुख्यमंत्री कहता है कि दिल्ली हरियाणा के कारण डूब गई। पंजाब में बैठा हुआ पंजाब की आम आदमी पार्टी की सरकार, उनके विधायक, उनके प्रवक्ता कहते हैं कि पंजाब हरियाणा ने डुबो दिया। आपने कभी हरियाणा से ऐसी कोई बात सुनी क्या? हमने ये कहा क्या कि ये पानी सारे का सारा हिमाचल प्रदेश से आया, इसलिए इसके लिए सुखविंदर सिंह सुक्खू जिम्मेदार हैं, कांग्रेस पार्टी जिम्मेदार है, या सोनिया गांधी जिम्मेदार है? कभी भी ऐसा नहीं होता साहब। प्राकृतिक आफत, ठीक है, आपदा जो आ गई, ठीक है, आप पॉलिटिकल तौर के ऊपर, मैं माफी चाहूंगा, मैं बीच में रोक रहा हूं, अपनी बात रखिए, कोई दिक्कत नहीं है। मेरी बात पूरी तो होने दीजिए, फिर आप रोक लीजिएगा मुझे। ठीक है, मैं ये चाह रहा हूं कि आप पॉलिटिकल, आप कोई ना कोई उनके ऊपर एलिगेशन लगाएंगे, वो भी पलटवार कर देंगे। आप अपनी बात रखिए, कोई दिक्कत नहीं है। बस ये थोड़ा सा जरूर ध्यान रखिए कि उन लोगों के बारे में सोचिए जिन तक आज पानी पहुंच गया, वो बहुत दिक्कत में है, वो चाहे पंजाब को, हरियाणा को, उसमें कोई ज्यादा अंतर नहीं है। सुनिए, अगर पंजाब के एक व्यक्ति को भी बाढ़ प्रभावित कर रही है, दिल्ली के एक नागरिक को भी बाढ़ का पानी कुप्रभावित कर रहा है, तो हरियाणा उतना ही चिंतित है जितना, बल्कि मैं यूं कहूंगा कि जितनी चिंता अरविंद केजरीवाल को है किसी भी नागरिक की, चाहे पंजाब के या दिल्ली के, या भगवंत मान को चिंता है पंजाब के नागरिक की। हम दावे के साथ कहते हैं, मैं ईमानदारी से ये बात कह रहा हूं, हमें पंजाब के लोगों की और दिल्ली के लोगों की भी इतनी ही चिंता है। लेकिन ये जो नौटंकी करते हैं दोनों तरफ खड़े होकर, आप सोचिए तो सही तमाशा क्या हो रहा है। इनका दिल्ली वाला भी कह रहे हैं हमने डुबो दिया, इनके पंजाब वाले भी कह रहे हैं हमने डुबो दिया। ऐसा हो सकता है क्या भाई साहब? इसी पॉइंट पर आ रहा हूं ना मैं, बहुत और स्ट्रेट फॉरवर्ड सवाल पूछता हूं। आप एक पॉइंट का जवाब दे दीजिएगा, उसके साथ साथ अपनी बात रखिएगा। वल्टोहा जी और ढोल साहब भी इंतजार कर रहे हैं।
अगर बांध को मजबूत किया जा रहा था तो फिर रोका क्यों गया? कि अगर लोग पंजाब वाले या हरियाणा के कुछ गांव के लोग जाकर उस बांध को मजबूत करने की कोशिश कर रहे थे, तो फिर फतेहाबाद के डीसी ने वहां पर क्यों रोका? क्या फतेहाबाद के डीसी जिम्मेवारी लेंगे? क्यों वहां पर 144 लगा दी गई? रुकिए, मेरे पास जितनी जानकारी है वो आपकी इस रिपोर्ट के आधार पर ही है, इस पर मुझे बहुत अपडेट नहीं था जी। जो बात सुभाष बराड़ा जी ने कही आपने भी सुनी जी। सुभाष बराड़ा जी जिम्मेदार राजनेता हैं, हमारी पार्टी के प्रदेश के अध्यक्ष रहे हैं, और उन्होंने बिल्कुल शीशे की तरह एक बात साफ करके आपको समझाने की कोशिश की साहब कि वहां पर आपस में दोनों पक्षों के बीच में टकराव की स्थिति पैदा हो रही थी, ठीक है, झगड़ा हो रहा था, वो क्षेत्र हमारा है, तो हमारा वहां पर कानून व्यवस्था कायम रखना हमारी जिम्मेदारी है। हम अपने क्षेत्र में सब प्रबंध कर रहे हैं। सब प्रबंध करने के बावजूद, सारे बंद बांध नदी नालों की सफाई मजबूती के बावजूद, क्या आपको नहीं मालूम कि ज्यादा पानी आने से नुकसान हुआ है, संकट आया है, लोगों को दिक्कत हुई है? उसके बावजूद भी तो बांध टूटे हैं साहब, मजबूत किए हुए भी तो टूटे हैं। पानी इतना ही आया है क्या कि वो टूटे ना? आप सिर्फ ये समझिए कि प्राकृतिक आपदा आ गई, पानी 40 साल में जितनी बरसात नहीं हुई थी, 70 के दशक के बाद पहली बार इतना संकट आया है पानी का। उस संकट को झेलने के लिए आम आदमी पार्टी की सरकार की भी उतनी तैयारी नहीं थी। और सच कह रहा हूं, ईमानदारी से कह रहा हूं, यह स्वीकार करने में मुझे कोई संकोच नहीं है कि जितना पानी आ गया उसको संभालने की तैयारी हमारी भी नहीं थी, किसी की भी नहीं थी। लेकिन ये यहां जो राजनीति हो रही है कि हम तो सब ठीक हैं, अरविंद केजरीवाल डूबी हुई दिल्ली का ठीकरा हम पर फोड़ रहे हैं और कह रहे हैं कि हम तैयार नहीं थे, हमने पानी छोड़ दिया। भगवंत मान अपना ठीकरा हमारे सिर पे फोड़ रहे। मैं तो एक बात कहता हूं साहब, अगर पंजाब इतना ही भाईवाली की बात करता है, भाईचारे की बात करता है, तो हमारे इसने कहा जो 1966 से लेके आज तक आपने रावी ब्यास का पानी पंजाब की धरती को पिलाया है और हरियाणा के एक बड़े हिस्से को प्यासा मारा है साहब, हमें वो न्याय दे दीजिए, हमारा हिस्सा लौटा दीजिए। ऊपर बात करेंगे, एसवाईएल को लेकर बहुत बात हुई है, लेकिन चौहान साहब बात ये भी है, देखिए ये भी पिछले 2-3 दिन से बात हो रही है, पंजाब के सीएम बोल रहे हैं कि ले लो पानी, अब ले लो, जरूरत है तो पानी ले लो। कटाक्ष हो सकता है, सबको ऐड करने दीजिए एक बार, आपने बहुत तफसील से भाषा बोलता है जी। संकट के समय अगर कोई मुख्यमंत्री ये कहता है ले लो पानी, अब ये हरियाणा के जख्मों पर नमक छिड़कने की बात है, और इसको मैं कहूंगा ये राजनीतिक थोड़ा सा इंतजार, ठीक है आपकी बात। आपके घर में आग लगी होती है, मुझे सिर्फ एक बात का जवाब दे दीजिए। पंजाब के आम आदमी पार्टी के प्रवक्ता यहां पर बैठे, वो एक बात का जवाब दे दें। आपके घर में आग लगी हो, आप पड़ोसी को ये कहते हैं ग्वांडी आजा, तू भी ले जा आग अपने घर में लगा ले। ये मूर्खता भी है, ये बदतमीजी भी है, ये बिल्कुल अमानवीय टिप्पणी है। सर जवाब लेंगे, सर जवाब लेंगे, आप थोड़ा सा इंतजार कीजिए, बाकी मेहमान भी जुड़े हुए हैं, उनका एक बार रुक करना। वलटोआ साहब ਦਾ ਰੁਕ ਕਰਦਾ ਬਣਵਾਲੀ ਸਾਹਿਬ, ਮੈਂ ਤੁਹਾਡੇ ਕੋਲ ਆਉਣਾ, ਤੁਸੀਂ ਸਾਰਿਆਂ ਦਾ ਜਵਾਬ ਲਾਜ਼ਮੀ ਤੌਰ ਤੇ ਦੇਣਾ ਹੋਏਗਾ। ਵਲਟੋਆ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਪੁਆਇੰਟ ਨੰਬਰ 1, ਕੀ ਅਕਾਲੀ ਦਲ ਨੂੰ ਹਰਿਆਣਾ ਦੀ ਸਰਕਾਰ, ਉੱਥੇ ਦਾ ਪ੍ਰਸ਼ਾਸਨ ਜ਼ਿੰਮੇਵਾਰ ਨਜ਼ਰ ਆ ਰਿਹਾ ਹੈ, ਜੋ ਬਣਵਾਲੀ ਸਾਹਿਬ ਜਾਂ ਫਿਰ ਪੰਜਾਬ ਦੇ ਨੁਮਾਇੰਦੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਬੰਨ ਨੂੰ ਮਜ਼ਬੂਤ ਕਰ ਲਈਏ। ਉੱਥੇ ਫਤਿਹਾਬਾਦ ਦੇ ਡੀਸੀ ਪਹੁੰਚ ਜਾਂਦੇ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਕਿ ਚਲੇ ਜਾਓ ਇੱਥੋਂ, ਨਹੀਂ ਤਾਂ ਤੁਹਾਡੇ ਤੇ ਪਰਚਾ ਕਰ ਦੇਵਾਂਗੇ। ਤੁਹਾਨੂੰ ਲੱਗਦਾ ਹੈ ਕਿ ਹਾਂ ਇਹ ਹਰਿਆਣਾ ਦੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਉਹਨਾਂ ਦੇ ਖੇਤਰ ਦੇ ਵਿੱਚ ਪੈਂਦਾ ਸੀ ਉਹ ਬੰਨ ਔਰ ਪੰਜਾਬ 'ਚ ਨੁਕਸਾਨ ਹੋਇਆ? ਗੁਰੂ ਜੀ ਆਵਾਜ਼ ਆ ਰਹੀ ਮੇਰੀ? ਹਾਂਜੀ, ਆਵਾਜ਼ ਤੁਹਾਡੀ ਆ ਰਹੀ ਹੈ। ਗੁਰੂ ਜੀ ਬੇਨਤੀ ਇੰਨੀ ਕੁ ਹੈ ਕਿ ਚਾਹੇ ਕੋਈ ਹਰਿਆਣੇ 'ਚ ਵਸਦਾ ਹੈ, ਚਾਹੇ ਪੰਜਾਬ 'ਚ ਵਸਦਾ ਹੈ, ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਦਾ, ਜੇ ਉਹਨੂੰ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪੈਂਦਾ ਤੇ ਫਿਰ ਕੋਈ ਵੀ ਹੋਏ ਉਹਦੇ ਤੇ ਅਸਰ ਹੁੰਦਾ। ਇੱਥੇ ਜਿਹੜੀਆਂ ਹੱਦਾਂ ਮਾਰ ਕੇ ਬੈਠ ਜਾਂਦੇ ਨੇ ਜੀ, ਉਹ ਹੱਦਾਂ ਨਹੀਂ ਵੱਜਣੀਆਂ ਚਾਹੀਦੀਆਂ। ਜਿਸ ਤਰ੍ਹਾਂ ਦਾ ਹਰਿਆਣੇ ਦਾ ਐਟੀਟਿਊਡ ਰਿਹਾ ਆ, ਜਾਂ ਜਿਸ ਤਰ੍ਹਾਂ ਦਾ ਇਹਦੇ ਵਿੱਚ ਉਹਨਾਂ ਦਾ ਰੋਲ ਰਿਹਾ ਆ, ਕੁਦਰਤੀ ਹੈ ਕਿ ਕਿੰਤੂ ਪਰੰਤੂ ਉੱਠਣਗੇ ਔਰ ਇਹਨਾਂ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ। ਠੀਕ ਹੈ, ਇਹ ਗੱਲ ਤੇ ਜ਼ਰੂਰ ਸਵੀਕਾਰ ਕਰਦੇ ਆ ਕਿ ਇਹ ਪੰਜਾਬ ਤੇ ਹਰਿਆਣਾ ਕਿਸੇ ਸਮੇਂ ਇਕੱਠੇ ਸੀਗੇ, ਪਰ ਅੱਜ ਉਸ ਵਿਪਤਾ ਦਾ ਕੋਈ ਨਿਪਟਾਰਾ ਕਰਨ ਲਈ ਜਾਂ ਵਿਪਤਾ ਦਾ ਹੱਲ ਕਰਨ ਲਈ ਸਹਿਯੋਗ ਕਰਨ ਵਾਸਤੇ ਤਿਆਰ ਨਹੀਂ। ਇਹ ਇਹਨਾਂ ਨੂੰ ਗੱਲ ਮੰਨਣੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਰੂਪ 'ਚ ਇਹਨਾਂ ਨੇ ਆਪਣੇ ਤੇ ਬਗਾਨੇ ਦਾ ਜ਼ਰੂਰ ਇਹਨਾਂ ਨੇ ਉਹ ਲਕੀਰ ਰੱਖੀ ਹੈ।
ਹੁਣ ਦੂਸਰੀ ਗੱਲ ਜਿਹੜੀ ਮੇਰੀ ਗੌਰਵ ਜੀ, ਇਹ ਤੇ ਗੱਲ ਹੋ ਗਈ ਹਰਿਆਣਾ ਦੀ ਹੱਦ ਵਾਲੀ, ਪਰ ਜਿਹੜੇ ਪੰਜਾਬ 'ਚ ਬੰਨ ਟੁੱਟੇ ਫਿਰਦੇ ਹੈ ਜੀ, ਜਿਹੜੀ ਪੰਜਾਬ 'ਚ ਤਬਾਹੀ ਮੱਚੀ ਹੈ, ਹਜ਼ਾਰਾਂ ਪਿੰਡ ਜਿਹੜੇ ਨੇ ਤਬਾਹ ਹੋ ਗਏ ਨੇ, ਨਾ ਉੱਥੇ ਕੋਈ ਘਰ ਬਚਿਆ ਹੈ ਤੇ ਨਾ ਕੋਈ ਫਸਲ ਬਚੀ ਹੈ ਤੇ ਨਾ ਪਸ਼ੂ ਬਚੇ ਨੇ। ਹਾਂਜੀ, ਤੇ ਜੋ ਹਾਲਾਤ ਬਣੇ ਪਏ ਨੇ ਉਹਦੇ ਵਾਸਤੇ ਜ਼ਿੰਮੇਵਾਰ ਕਿਹਨੂੰ ਕਹੀਏ? ਹੁਣ ਤੁਸੀਂ ਦੇਖੋ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਸਤਲੁਜ ਦਰਿਆ ਜਿਹੜਾ ਰੋਪੜ ਹੈਡਵਰਕਸ ਹੈ ਜੀ, ਉੱਥੇ ਪਾਣੀ ਇੰਨਾ ਜ਼ਿਆਦਾ ਜਮ੍ਹਾਂ ਹੋਣ ਦਿੱਤਾ ਗਿਆ ਕਿ ਜੇ ਤੁਹਾਨੂੰ ਹਾਲਾਤ ਅਜਿਹੇ ਲੱਗਦੇ ਨੇ ਤੇ ਤੁਸੀਂ ਉਹਨੂੰ ਆਸਤਾ ਕਰਕੇ ਉਹਨੂੰ ਰਿਲੀਜ਼ ਕਰ ਦਿਓ, ਉਹਨੂੰ ਪਾਣੀ ਨੂੰ ਅੱਗੇ ਜਾਣ ਦਿਓ, ਤੇ ਤੁਸੀਂ ਯਕਦਮ ਫਲੱਡ ਗੇਟ ਖੋਲਦੇ ਜੇ ਤੇ ਸਾਰਾ ਜਿਹੜਾ ਮਾਲਵਾ ਆ, ਜਿਹੜਾ ਬਹੁਤ ਵੱਡਾ ਹਿੱਸਾ ਜਿਹੜਾ ਉਹਦਾ ਸ਼ਿਕਾਰ ਹੋ ਜਾਂਦਾ। ਬਿਲਕੁਲ। ਫਿਰ ਅੱਗੇ ਕੀ ਹੁੰਦਾ ਆ ਕਿ ਹਰੀਕੇ ਆਣ ਕੇ ਪਾਣੀ ਜਮ੍ਹਾਂ ਹੋ ਜਾਂਦਾ। ਇਹ ਨਹੀਂ ਕਿ ਹਰੀਕੇ ਤੋਂ ਅੱਗੇ ਪਾਕਿਸਤਾਨ ਨੂੰ ਜਿਹੜੇ ਸਾਡੇ ਫਲੱਡ ਗੇਟ ਨੇ ਉਸ ਹਿਸਾਬ ਨਾਲ ਖੋਲ ਦਿੱਤੇ ਜਾਣ ਕਿ ਆਸਤਾ ਰਿਲੀਜ਼ ਹੋ ਜਾਏ, ਆਸਤਾ ਉੱਥੋਂ ਨਿਕਲ ਜਾਵੇ। ਉੱਥੇ ਵੀ ਪਾਣੀ ਜਮ੍ਹਾਂ ਹੋਣ ਦਿੱਤਾ ਜਾਂਦਾ। ਮੈਂ ਤੁਹਾਨੂੰ ਦੱਸਦਾ, ਜਿਸ ਦਿਨ ਸਾਡੇ ਏਰੀਏ 'ਚ ਹੜ੍ਹ ਆਉਂਦੇ ਨੇ, ਖਾਸ ਕਰਕੇ ਤਰਨਤਾਰਨ ਤੇ ਫਿਰੋਜ਼ਪੁਰ ਦੇ ਏਰੀਏ 'ਚ ਜੀ, ਉੱਥੇ ਕੀ ਹੁੰਦਾ ਹੈ ਕਿ ਮੈਂ ਦੁਪਹਿਰੇ ਪੁੱਛਦਾ, ਯਾਰ ਪਾਣੀ ਬੜਾ ਪਿੱਛੇ ਆ ਗਿਆ ਸਤਲੁਜ 'ਚ, ਤੇ ਤੁਹਾਡੇ ਕੀ ਹਾਲਾਤ ਨੇ? ਮੈਂ ਅਜੇ ਕਿ ਮੈਂ ਦਰਿਆ ਤੇ ਨਹੀਂ ਸੀ ਗਿਆ, ਤਾਂ ਕਹਿੰਦੇ ਜੀ ਅਸੀਂ ਤੇ ਅੱਜ ਫਸਲਾਂ ਦਾ ਅਚਾਰ ਪਾ ਰਹੇ ਹਾਂ। ਮਤਲਬ ਉਹ ਦਰਿਆ ਦੇ ਵਿੱਚ ਜਾ ਕੇ ਇੱਕ ਜਿਹੜਾ ਫਸਲਾਂ ਦਾ ਆਪਾਂ ਮੱਕੀ ਵਗੈਰਾ ਦਾ ਅਚਾਰ ਪਾਉਣੇ ਆ, ਅਸੀਂ ਤੇ ਅਚਾਰ ਪਾ ਰਹੇ, ਕੋਈ ਗੱਲ ਹੀ ਨਹੀਂ ਹੈਗੀ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਦਰਿਆ ਇੰਨਾ ਜ਼ਿਆਦਾ ਚੜ੍ਹਦਾ ਆ, ਜਿਹੜਾ ਤਰਨਤਾਰਨ ਨੂੰ ਮਾਰ ਕਰਦਾ ਆ, ਪਿੰਡ ਡੁੱਬ ਜਾਂਦੇ ਨੇ 10-12, ਔਰ ਜੋ ਹਾਲਾਤ ਫਿਰੋਜ਼ਪੁਰ 'ਚ ਬਣਦੇ ਨੇ ਉਹ ਕਿਸੇ ਨੂੰ ਉਹਲਾ। ਹੁਣ ਘੱਗਰ ਦੀ ਗੱਲ ਕਰ ਲਈਏ, ਘੱਗਰ ਵਾਲੀ ਗੱਲ ਜਿਹੜੀ ਹੈ ਠੀਕ ਹੈ, ਹਰਿਆਣੇ ਵਾਲੀ ਗੱਲ ਤੇ ਆਪਾਂ ਮੰਨ ਲਈ, ਪਰ ਘੱਗਰ ਦੇ ਹਾਲਾਤ ਜੋ ਕੁੱਲ ਮਿਲਾ ਕੇ ਬਣੇ ਨੇ ਇਸ ਬੈਲਟ ਦੇ ਵਿੱਚ ਜਿਹੜੀ ਪੰਜਾਬ 'ਚ ਪੈਂਦੀ ਹੈ, ਉਹਦੇ ਵਾਸਤੇ ਜ਼ਿੰਮੇਵਾਰ ਕਿਹਨੂੰ ਠਹਿਰਾਓਗੇ? ਔਰ ਥਾਪੀ ਮਾਰ ਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕੁਝ ਸਮਾਂ ਪਹਿਲਾਂ ਹੀ ਕਿ ਉਹੀ ਘੱਗਰ ਹੈ ਜਿਹਨੇ ਇਸ ਸਾਲ ਜਿਹੜਾ ਪਿਛਲਾ ਸਾਲ ਲੰਘਿਆ ਆ ਨੁਕਸਾਨ ਨਹੀਂ ਹੋਇਆ। ਹਾਂਜੀ, ਨੁਕਸਾਨ ਨਹੀਂ ਹੋਣ ਦੇਵਾਂਗੇ। ਤੇ ਹੁਣ ਘੱਗਰ ਜਿਹੜਾ ਸਾਂਭਿਆ ਨਹੀਂ ਜਾਂਦਾ ਜੀ। ਇਸ ਕਰਕੇ ਜਿਹੜਾ ਆ ਇਹ ਕੁਦਰਤੀ ਆਫਤਾਂ ਦਾ ਜਿਹੜਾ ਸਾਹਮਣਾ ਕਰਨ ਵਾਸਤੇ ਸਰਕਾਰਾਂ ਨੂੰ ਪਲੈਨਿੰਗ ਕਰਨੀ ਪੈਂਦੀ ਹੈ, ਨੀਤੀ ਘੜਨੀ ਪੈਂਦੀ। 4 ਤਰੀਕ ਤੋਂ 4 ਜੁਲਾਈ ਤੋਂ ਮੌਸਮ ਵਿਭਾਗ ਲਗਾਤਾਰ ਅਲਰਟ ਦੇ ਰਿਹਾ ਸੀਗਾ ਕਿ ਭਾਰੀ ਬਾਰਿਸ਼ ਹੋ ਸਕਦੀ ਹੈ ਜੀ, ਔਰ ਫਿਰ 6 ਜੁਲਾਈ ਨੂੰ ਉਹਨਾਂ ਨੇ ਰੈੱਡ ਅਲਰਟ ਵੀ ਦਿੱਤਾ, ਔਰ 7 ਜੁਲਾਈ ਨੂੰ ਜਾਂ 6 ਜੁਲਾਈ ਨੂੰ ਮੀਟਿੰਗ ਕਰਨ ਦੀ ਥਾਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਮੈਰਿਜ ਐਨਵਰਸਰੀ ਮਨਾ ਰਹੇ ਤੇ 8 ਤਰੀਕ ਨੂੰ ਜਾ ਕੇ ਹਰਿਆਣੇ ਦਾ ਦੌਰਾ ਕਰਦੇ ਫਿਰਦੇ ਆ। ਹੁਣ ਜਿੰਨੇ ਮਰਜ਼ੀ ਦੌਰੇ ਕਰੀ ਜਾਓ, ਕੋਈ ਪ੍ਰਸ਼ਾਸਨਿਕ ਮੀਟਿੰਗ ਕੀਤੀ ਜੇ, ਠੀਕ ਹੈ, ਕੋਈ ਜੂਨ ਮਹੀਨੇ 'ਚ ਜਿਹੜੀਆਂ ਸਫਾਈਆਂ ਹੁੰਦੀਆਂ ਨੇ ਉਹ ਕੀਤੀਆਂ ਜੇ, ਕੋਈ ਬੰਨਾਂ ਦਾ ਪੈਮਾਨਾ ਲਿਆ ਜੇ, ਉੱਥੇ ਜਾ ਕੇ ਪਤਾ ਲਿਆ ਜੇ ਕਿੱਥੇ ਬੰਨ ਕਮਜ਼ੋਰ ਆ, ਜਿੱਥੋਂ ਹਰ ਸਾਲ ਟੁੱਟਦਾ ਆ ਜਾਂ ਜਿੱਥੇ ਭਾਰੀ ਬਾਰਿਸ਼ ਹੋਣ ਤੋਂ ਬਾਅਦ ਟੁੱਟਦਾ ਆ, ਉੱਥੇ ਜਾ ਕੇ ਉਹਦਾ ਕੋਈ ਜਾਇਜ਼ਾ ਲਿਆ? ਕਿਸੇ ਅਫਸਰ ਦੀ ਡਿਊਟੀ ਲਾਈ? ਆਇਆ ਹੀ ਕੋਈ ਨਹੀਂ। ਹੁਣ ਘਰ ਡੁੱਬਣ ਤੋਂ ਬਾਅਦ, ਹਾਂਜੀ, ਤਬਾਹੀ ਮੱਚਣ ਤੋਂ ਬਾਅਦ ਤੇ ਤੁਸੀਂ ਜਾ ਕੇ ਜਿੰਨੇ ਮਰਜ਼ੀ ਉੱਥੇ ਪਾਣੀ 'ਚ ਵੜੇ ਫਿਰੋ, ਉਹਦਾ ਫਾਇਦਾ ਕੀ ਹੈ ਪੰਜਾਬ ਦੇ ਲੋਕਾਂ ਨੂੰ? ਇਸ ਕਰਕੇ ਸਾਡੀ ਹੱਥ ਬਣ ਕੇ ਬੇਨਤੀ ਹੈ, ਸਿਆਸਤ ਕਰਨ ਨੂੰ ਜੀ ਨਹੀਂ ਕਰਦਾ, ਨਾ ਹੀ ਸਿਆਸਤ ਕਰਨਾ ਚਾਹੁੰਦੇ ਆ, ਪਰ ਜੋ ਕੁਛ ਅੱਜ ਪੰਜਾਬ 'ਚ ਵਾਪਰਿਆ ਹੈ, ਠੀਕ ਹੈ, ਤੁਹਾਨੂੰ ਲੱਗ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਵੀ ਜ਼ਿੰਮੇਵਾਰ ਹੈ ਉਸ ਦੇ ਵਿੱਚ? ਬਿਲਕੁਲ ਕੁਦਰਤੀ ਹੈ, ਨਾਕਾਮ ਹੋਈ ਹੈ, ਠੀਕ ਹੈ, ਹਾਂਜੀ, ਫੇਲ ਹੋਈ ਹੈ ਜੀ ਜੀ। ਔਰ ਪਤਾ ਨਹੀਂ ਸਰਕਾਰ ਦਾ ਤਜਰਬਾ ਨਹੀਂ। ਮੈਂ ਇੱਕ ਹੋਰ ਗੌਰਵ ਦੱਸਦਾ, 1 ਸੈਕਿੰਡ ਲਊਂਗਾ ਮੈਂ ਤੁਹਾਡਾ ਜੀ। ਦੇਖੋ, ਜਿਹੜੇ ਆਫੀਸਰ ਵੀ ਹੁੰਦੇ ਨਾ, ਇਹ ਵੀ ਤਜਰਬੇ ਦੇ ਨਾਲ ਹੀ ਇਹਨਾਂ ਦਾ ਤਜਰਬਾ ਵੱਧਦਾ। ਇਹਨਾਂ ਨੂੰ ਕੋਈ ਇਲਹਾਮ ਨਹੀਂ ਹੁੰਦਾ ਉਤੋਂ ਕਿ ਤੂੰ ਅਫਸਰ ਲੱਗ ਗਿਆ ਤੇ ਤੈਨੂੰ ਸਾਰਾ ਕੁਝ ਹੀ ਪਤਾ ਆ। ਕਿਉਂਕਿ ਪੰਜਾਬ ਦੇ ਵਿੱਚ ਫਲੱਡਾਂ ਦੇ ਨਾਲ ਜਾਂ ਹੜ੍ਹਾਂ ਦੇ ਨਾਲ ਨਜਿੱਠਣ ਵਾਸਤੇ ਇੱਕ ਤਜਰਬਾ ਹੈ ਜਿਹੜਾ ਸਾਡੇ ਬਜ਼ੁਰਗਾਂ ਕੋਲੇ ਹੈ, ਜਾਂ ਸਾਡੇ ਉਹਨਾਂ ਰਾਜਨੀਤਿਕ ਲੋਕਾਂ ਕੋਲੇ ਹੈ ਜਿਨ੍ਹਾਂ ਨੇ ਪੰਜਾਬ ਦਾ ਇਸ ਪੱਖੋਂ ਸੇਵਾ ਕੀਤੀ ਹੈ, ਜਾਂ ਉਹਨਾਂ ਅਫਸਰਾਂ ਕੋਲੇ ਹੈ ਜਿਹੜੇ ਇਹਨਾਂ ਹਾਲਾਤਾਂ ਚੋਂ ਲੰਘੇ ਹੈ। ਠੀਕ ਹੈ, ਨਾ ਤੇ ਇੱਥੇ ਅਫਸਰ ਹੀ ਲੰਘੇ ਸੀ, ਜਿਹੜੇ ਨਵੇਂ ਅਫਸਰ ਆਏ ਹੈ, ਹਾਂਜੀ, 1993 ਤੋਂ ਬਾਅਦ, ਹਾਂਜੀ, ਉਹ ਸਾਰੇ ਅਫਸਰ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੜ੍ਹ ਹੁੰਦੇ ਕੀ ਹੈ, ਹਾਂਜੀ, ਇਹ ਤਬਾਹੀ ਹੁੰਦੀ ਕੀ ਹੈ। ਤੇ ਜਿਹੜੇ ਰਾਜਨੀਤਿਕ ਆ ਗਏ ਆ, ਇਹ ਫੜਾ ਮਾਰਨ ਜੋਗੇ ਤੇ ਗੱਲਾਂ ਕਰਨ ਜੋਗੇ ਰਹਿ ਗਏ। ਮੇਰਾ ਕਹਿਣ ਨੂੰ ਜੀ ਨਹੀਂ ਕਰਦਾ, ਨਹੀਂ ਕਰਦਾ, ਬਿਲਕੁਲ ਨਹੀਂ ਕਰਦਾ, ਪਰ ਮੈਂ ਦੁੱਖ ਦੇ ਨਾਲ ਕਹਿ ਰਿਹਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਅੱਜ ਵੀ ਬੇਨਤੀ, ਗੱਲਾਂ ਛੱਡ ਦਿਓ। ਠੀਕ ਹੈ, ਗੱਲਾਂ ਛੱਡ ਦਿਓ, ਗੱਲਾਂ ਨਾਲ ਨਹੀਂ। ਚਲੋ ਮੈਂ ਇਸ ਪੁਆਇੰਟ ਦੇ ਉੱਤੇ ਆਉਣਾ। ਦੇਖੋ ਬਲਡੋਲ ਸਾਹਿਬ, ਅਲੱਗ-ਅਲੱਗ ਇਸ ਸਮੇਂ ਜ਼ਰੂਰ ਹਾਲਾਤ ਨਜ਼ਰ ਆ ਰਹੇ ਨੇ, ਆਪਾਂ ਸਾਰਿਆਂ ਦੇ ਉੱਤੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਬੇਸਿਕਲੀ ਗੱਲ ਇਹ ਹੈ ਕਿ ਜੇ 5-4 ਥਾਵਾਂ ਦੇ ਉੱਤੇ ਬੰਨ ਟੁੱਟੇ ਤਾਂ ਫਿਰ ਉਸ ਦੀ ਜਵਾਬਦੇਹੀ ਵੀ ਬਣਦੀ ਹੈ, ਪਰ ਜੇਕਰ ਇੱਕ ਥਾਂ ਤੇ ਨਾ ਟੁੱਟਦਾ ਤਾਂ ਉਸ ਦੀ ਵਜ੍ਹਾ ਨਾਲ ਕਾਫੀ ਇਲਾਕਾ ਬਚ ਸਕਦਾ ਸੀ, ਜਿਹੜਾ ਮਾਨਸਾ ਵਾਲਾ ਖਾਸ ਤੌਰ ਤੇ ਇਲਾਕਾ ਹੈ। ਮੈਂ ਇੱਕ ਵਾਰੀ ਸਾਡੇ ਨਾਲ ਹਰਿਆਣਾ ਕਾਂਗਰਸ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਰਵਿੰਦਰ ਜੀ ਜੁੜੇ ਹੋਏ ਨੇ। ਸਰ, ਮੇਰੀ ਆਵਾਜ਼ ਆਪ ਤੱਕ ਪਹੁੰਚ ਰਹੀ ਹੋਗੀ।
देखिए हरियाणा पर बहुत सारे एलिगेशंस हैं, और एलिगेशन तो ये भी है, जिस तरह से पंजाब के विधायक हमारे साथ बैठे हैं आम आदमी पार्टी के, वो आरोप ये भी लगा रहे हैं कि ये तो इस तरीके से गेम की गई कि या तो वो हरियाणा की तरफ टूटता या फिर पंजाब की तरफ टूटता। पंजाब वालों को तो बांध को मजबूत करने ही नहीं दिया गया, और उसका खामियाजा आज पंजाब के लोग भुगत रहे हैं। देखिए मेरे हिसाब से पूरी तरह से बेसलेस एलिगेशन है। हरियाणा कोई पंजाब का कोई दुश्मन थोड़ी ना, जिस प्रकार से ये प्रचार करने का इनका जो है अपनी नाकामयाबी को बचाने के लिए, इनको छिपाने के लिए जिस प्रकार हरियाणा के अधिकारियों के ऊपर या सरकार के ऊपर आरोप लगा रहे हैं, पूरी तरह से बेबुनियाद है। दिल्ली डूबने के ऊपर भी हरियाणा के ऊपर आरोप है। तो मैं ये कहता हूं कि जिस प्रकार के इनके द्वारा बयान आ रहे हैं, ना भूतो ना भविष्यति, ना तो ऐसा कभी हुआ है ना कभी होगा। ये इसको पूरी तरह से मैं कहता हूं कि इमेच्योर तरीके से हैंडल किया जा रहा है सारे की सारी चीजों को। ये यहाँ पर पॉलिटिक्स खेलने का या राजनीतिकरण का या फिर पार्टीबाजी करने का टाइम नहीं था। ये काम था हरियाणा को, पंजाब को, हिमाचल को जो है एक कोऑर्डिनेशन, एक टीम के रूप में काम करना था सभी सरकारों को, ताकि यहाँ के लोगों को किसी प्रकार की दिक्कत ना हो। लेकिन पहले अरविंद केजरीवाल ने दिल्ली के अंदर राजनीति करानी स्टार्ट कर दी। इनको यही पता नहीं है कि मतलब आप इस बात को समझिए कि दिल्ली के मुख्यमंत्री को इस चीज का मतलब नहीं पता है कि वे बैराज और बांध में क्या फर्क होता है, डैम में और बैराज में क्या फर्क होता है। ये हमारे इतने महान मुख्यमंत्री हैं दिल्ली के, इनके आम आदमी पार्टी के जो मुखिया हैं, जो कहते हैं कि बैराज में पानी को रोक देते। अरे बैराज में पानी नहीं रुक सकता। ये तो खुद लिख करके कह रहे हैं। मैं कुछ नहीं कह रहा, इनका लिखा हुआ पत्र है हमारे पास में, जो इन्होंने एक प्रचारित किया है मीडिया एक इवेंट के रूप में कि हरियाणा ने हथनीकुंड बैराज के अंदर पानी क्यों नहीं रोका। कैसे रोक लेंगे? बैराज इज नॉट मींट फॉर स्टॉपिंग वाटर। वो केवल वाटर को रेगुलेट करता है कि थोड़ी थोड़ी मात्रा में उसको छोड़ा जा सके, उसको रोका नहीं जा सकता बैराज के अंदर। जिस व्यक्ति को इरिगेशन की इस बेसिक फंडामेंटल का या स्ट्रक्चर का ना पता हो, आप उनसे ये आशा रखते हैं कि भी ये प्रदेश को संभाल लेंगे, तो पूरी तरह से मैं कहता हूं बेईमानी है। इनको अपने ये क्या हरियाणा के बॉर्डर पे पंजाब में नुकसान है क्या? किसी और बॉर्डर के ऊपर पंजाब में नुकसान नहीं है क्या? या पंजाब के मिडिल एरिया में कोई नुकसान नहीं है क्या? ये बांध की प्रॉब्लम आ जाइए, मान लीजिए 1 मिनट के लिए मैं कह देता हूं कि उन्होंने कहा जी हरियाणा को खामियाजा है, पंजाब को खामियाजा है इसलिए भुगतना पड़ा है कि भी आज के दिन में इन्होंने इस तरह की हरकत की। भाई पंजाब तो 5 दिन से डूबा हुआ है। पंजाब आज से तो आज बाढ़ आई है क्या पंजाब में? मतलब किस प्रकार की बेसलेस। चांदपुर वाला बांध टूटा है, जो मानसा का इलाका था वहां पर पानी नहीं था पहले, ये चांदपुर का बांध टूटा, उसकी वजह से पंजाब के मानसा में पानी घुस गया। मैं ये कह रहा हूं, मैं आपको ये कह रहा हूं कि क्या मानसा में पानी है या उसके क्षेत्र में? मैं यही कह रहा हूं पंजाब बांध आज टूटा है। आज के दिन में मैं 1 मिनट के लिए मान लेता हूं कि कुछ जगह पर पानी आ गया नेचुरल कैलामिटी की वजह से, लेकिन पंजाब पिछले 6 से 7 दिन से पंजाब में लगातार बाढ़ आई हुई है। तो ये क्या फोर्सी करके ये भी कह देंगे क्या कि 6 दिन के बाद में जो है ना वहां पर जाकर के बांध टूटेगा, लेकिन जिम्मेदारी हम हरियाणा के ऊपर डालेंगे? अरे जिम्मेदारी केवल नेचुरल कैलामिटी की और किसी की नहीं है। आप जो है कोऑर्डिनेटेड एफर्ट करने की जगह, मदद करने की जगह, मदद मांगने की जगह किस प्रकार की कुत्सित राजनीति कर रही है पंजाब की आम आदमी सरकार या दिल्ली की आम आदमी सरकार। मुझे तो ये कहने में शर्म आती है कि हरियाणा में वोट क्या मांगने के क्या सोच करके मांगने के लिए आएंगे ये लोग। हम इनसे हर चीज का उत्तर मांगेंगे, हर एक चीज का इनसे उत्तर मांगा जाएगा। ठीक है, चलो जी मैं जवाब लेने की कोशिश करता हूं। मैं ਬਣਾਵਾਲੀ ਸਾਹਿਬ ਸਾਡੇ ਨਾਲ जुड़े हुए ने। ਬਣਾਵਾਲੀ ਸਾਹਿਬ बहुत तफसील ਦੇ ਨਾਲ ਤੁਸੀਂ ਸਾਰਿਆਂ ਨੂੰ ਸੁਣਿਆ। देखो पॉइंट 2-3 ने। पहला कि सिर्फ एक ਥਾਂ ਦੇ ਉੱਤੇ ਤਾਂ ਨਹੀਂ ਟੁੱਟਿਆ ਨਾ ਬੰਨ, ਕੁਝ ਹੋਰ ਥਾਵਾਂ ਦੇ ਉੱਤੇ ਵੀ ਟੁੱਟਿਆ ਹੈ। ਉਧਰ ਜਿਹੜੇ ਦੁਆਬੇ ਦੇ ਵਿੱਚ ਇਹ ਤਬਾਹੀ ਹੋਈ ਹੈ, ਉੱਥੇ ਵੀ ਤੁਸੀਂ ਬੰਨ ਜਿਹੜੇ ਟੁੱਟੇ ਨੇ ਉਸ ਦੀ ਵਜ੍ਹਾ ਨਾਲ ਹੋਈ ਹੈ। ਪੁਆਇੰਟ ਨੰਬਰ 1 ਕਿ ਉਹਨਾਂ ਦੀ ਜਵਾਬਦੇਹੀ ਵੀ ਕਿਸੇ ਹੋਰ ਦੀ ਬਣਦੀ ਹੈ, ਉਹਨਾਂ ਦੀ ਤਾਂ ਸਾਡੀ ਆਪਣੀ ਬਣਦੀ ਹੈ। ਤੇ ਦੂਜੀ ਗੱਲ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉੱਥੇ ਪ੍ਰਸ਼ਾਸਨ ਨੇ ਰੋਕਿਆ, ਕਹਿੰਦੇ ਪਾਣੀ ਵੱਧ ਗਿਆ, ਪਾਣੀ ਨੇ ਮਾਰ ਕੀਤੀ ਤੇ ਉਸ ਦੀ ਵਜ੍ਹਾ ਨਾਲ ਟੁੱਟ ਗਿਆ। ਤੁਸੀਂ ਇੱਕ ਕੁਦਰਤੀ ਆਫਤ ਨੂੰ ਸਿਆਸੀ ਰੰਗ ਦੇ ਰਹੇ ਹੋ। ਗੌਰਵ ਜੀ, ਜਿਹੜੇ ਮੇਰੇ ਸਵਾਲਾਂ ਦਾ ਜਵਾਬ ਜਿਹੜੇ ਹਰਿਆਣੇ ਦੇ ਦੋਨੇ ਪ੍ਰਤੀਨਿਧੀਆਂ ਦੋਨਾਂ ਨੇ ਨਹੀਂ ਦਿੱਤਾ ਕਿ ਧਾਰਾ 144 ਲਾਈ ਗਈ, ਉੱਥੇ ਨਾਕੇ ਲਾ ਕੇ ਸਾਨੂੰ ਭਜਾਇਆ ਗਿਆ, ਸਾਨੂੰ ਬੰਨ ਤੋਂ ਪਿੱਛੇ ਕਿਉਂ ਹਟਾਇਆ ਗਿਆ। ਦੂਸਰੀ ਗੱਲ ਜੇ ਮੈਂ ਘੱਗਰ ਦੀ ਕਰਦਾਗਾ, ਜਿਹੜੇ ਸਾਡੇ ਕਹਿੰਦੇ ਨੇ ਕਿ ਸਫਾਈ ਨਹੀਂ ਹੋਈ, ਸਰਕਾਰ ਕੰਮ ਨਹੀਂ ਕਰ ਰਹੀ। ਤੁਸੀਂ ਵੇਖੋਗੇ ਖਨੌਰੀ ਦੇ ਵਿੱਚ 747 ਤੇ ਜਦੋਂ ਪਹੁੰਚਦਾ ਸੀਗਾ ਲੈਵਲ ਤੇ ਤਾਂ ਹਰ ਵਾਰੀ ਘੱਗਰ ਟੁੱਟਦਾ ਸੀ।
ਇਸ ਵਾਰੀ ਅਸੀਂ 752 ਤੱਕ ਵੀ ਝੱਲ ਕੇ ਫੇਰ ਘੱਗਰ ਬ੍ਰੀਚ ਹੋਈ ਆ। ਜੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਤਾਂ ਆਪ ਹੀ ਕਹਿ ਰਹੇ ਆ ਕਿ ਪਾਣੀ ਕੁਦਰਤੀ ਆਫਤਾ ਬਹੁਤ ਆ ਰਿਹਾ, ਦੂਜੇ ਪਾਸੇ ਕਹਿ ਰਹੇ ਆ ਕਿ ਸਰਕਾਰ ਨੇ ਪ੍ਰਬੰਧ ਨਹੀਂ ਕੀਤੇ। ਅਸੀਂ ਤਾਂ ਸਪੈਸ਼ਲ ਹੋਰ ਕਿਸ ਨਹੀਂ ਕਹਿੰਦੇ, ਅਸੀਂ ਕਹਿੰਦੇ ਸੀ ਕਿ ਚਾਂਦਪੁਰਾ ਬੰਨ ਟੁੱਟਣੋਂ ਬਚ ਸਕਦਾ ਸੀ ਜੇ ਹਰਿਆਣਾ ਸਾਡਾ ਸੰਯੋਗ ਕਰਦਾ। ਦੂਜਾ ਤੁਸੀਂ ਮੈਂ ਘੱਗਰ ਬਾਰੇ ਦੱਸਣਾ ਚਾਹਣਾ ਤੁਹਾਨੂੰ ਕਿ ਘੱਗਰ ਜਿਹੜੀ ਹੈਗੀ ਮਕਰੋੜ ਸਾਹਿਬ ਦੇ ਤੱਕ 588 ਜਿਹੜੀ ਹੈਗੀ ਆ ਫੁੱਟ ਹੈਗੀ ਆ, 588 ਫੁੱਟ ਆਉਂਦੀ ਆ ਤੇ ਮਕਰੋੜ ਤੋਂ ਲੈ ਕੇ ਜਿਹੜਾ ਕੜੈਲ ਤੱਕ ਦਾ 18 ਕਿਲੋਮੀਟਰ ਦਾ ਹਿੱਸਾ ਗਾ ਉਸ ਦੇ ਵਿੱਚ ਘੱਗਰ 188 ਫੁੱਟ ਰਹਿ ਜਾਂਦੀ ਆ। ਤੁਸੀਂ ਚੌੜਾਈ ਦਾ ਜ਼ਿਕਰ ਕਰ ਰਹੇ ਹੋ ਵਾਸਤੇ ਹਾਂਜੀ, ਜਿੱਥੇ ਮਕਰੋੜ ਸਾਹਿਬ ਵੀ ਘੱਗਰ ਟੁੱਟੀ ਆ ਜੀ, ਉੱਥੋਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਘੱਗਰ ਪਿੱਛੋਂ 588 ਫੁੱਟ ਆਉਂਦੀ ਆ, ਮਕਰੋੜ ਸਾਹਿਬ ਕੋਲੇ ਜਾ ਕੇ 188 ਫੁੱਟ ਰਹਿ ਜਾਂਦੀ ਆ। ਤਾਂ ਉਹਦਾ ਅਸੀਂ ਕਿਹਾ ਸੀ ਕਿ ਅਸੀਂ ਇਸ ਬੰਨ ਨੂੰ ਚੈਨਲਾਈਜ਼ ਕਰਕੇ ਚੌੜਾ ਕਰਨਾ ਚਾਹੁੰਦੇ ਹਾਂ ਕਿਉਂਕਿ 588 ਫੁੱਟ ਦਾ ਪਾਣੀ ਇੱਕਦਮ ਵੱਜਿਆ ਹੋਇਆ 188 ਫੁੱਟ ਦੇ ਵਿੱਚ ਨਹੀਂ ਸਮਾ ਸਕਦਾ, ਇਹ ਸਾਰਿਆਂ ਨੂੰ ਪਤਾਗਾ। ਤਾਂ ਅਸੀਂ ਜਦੋਂ ਉਸ ਨੂੰ ਚੌੜਾ ਕਰਨ ਵਾਸਤੇ ਹਰਿਆਣਾ ਸਰਕਾਰ ਕੋਲੇ ਅਪੀਲ ਕੀਤੀ ਕਿਉਂਕਿ ਇਹ ਇੰਟਰ ਸਟੇਟ ਮਸਲਾ, ਇਹਨਾਂ ਨੇ ਜਾ ਕੇ ਜਿਹੜੇ ਹੈਗਾ ਸੈਂਟਰ ਵਾਟਰ ਕਮਿਸ਼ਨ ਦੇ ਵੀ ਸਾਡਾ ਵਿਰੋਧ ਕੀਤਾ, ਸੁਪਰੀਮ ਕੋਰਟ ਦੇ ਵਿੱਚ ਵੀ ਰਿਟ ਕੀਤੀ, ਜਿਹਦੀ ਵਜ੍ਹਾ ਦੇ ਕਰਕੇ ਅੱਜ ਮਕਰੋੜ ਸਾਹਿਬ ਕੋਲੇ ਇਹ ਪਾਣੀ ਜਿਹੜਾ ਟੁੱਟਿਆ। ਦੂਸਰਾ ਮੈਂ ਦੋਨੇ ਪ੍ਰਤੀਨਿਧੀ ਬੈਠੇ ਆ, ਹੁਣ ਕੁਦਰਤੀ ਆਫਤਾ ਕੀ ਆਸ਼ਵਾਸਨ ਦਿਵਾਉਂਦੇ ਆ ਕਿ ਜਿਹੜਾ ਮਕਰੋੜ ਸਾਹਿਬ ਤੋਂ ਲੈ ਕੇ ਕੜੈਲ ਤੱਕ ਦਾ 18 ਕਿਲੋਮੀਟਰ ਦਾ ਹਿੱਸਾ ਗਾ ਉੱਥੇ ਹਰਿਆਣਾ ਸਾਨੂੰ ਇਜਾਜ਼ਤ ਦੇ ਦੂਗਾ ਉਸ ਨੂੰ ਚੌੜਾ ਕਰਨ ਦੀ। ਠੀਕ ਹੈ, ਜਵਾਬ ਲੈ ਲਵਾਂ ਸਰ ਮੈਂ ਤੁਹਾਡੇ ਕੋਲ ਨਾਲ ਦੀ ਨਾਲ ਵਾਪਸ ਹਿੱਸਾ ਚੌੜਾ ਕਰੇ ਤਾਂ ਗਾਹਾਂ ਪੰਜਾਬ ਵਾਲੇ ਅਸੀਂ ਆਪਣਾ ਹਿੱਸਾ ਚੌੜਾ ਕਰਾਂਗੇ ਤਾਂ ਅਸੀਂ ਘੱਗਰ ਦੀ ਮਾਰ ਤੋਂ ਬਚ ਸਕਦੇ ਆ। ਠੀਕ ਹੈ, ਆਪਾਂ ਜਵਾਬ ਲੈ ਲਈਏ ਨਾਲ ਦੀ ਨਾਲ। ਮੈਂ ਤੁਹਾਡੇ ਕੋਲ ਵਾਪਸ ਆਉਣਾ ਚੌਹਾਨ ਸਾਹਿਬ, ਮੈਂ ਬਣਵਾਲੀ ਤੁਹਾਡੇ ਕੋਲ ਆਉਣਾ, ਥੋੜੇ ਟਾਈਮ ਦਿਓ ਇੱਕ ਵਾਰੀ। 2-3 ਪੁਆਇੰਟ ਹੋ ਗਏ ਸਰ, ਫਿਰ ਸਾਰਿਆਂ ਦੇ ਜਵਾਬ ਨਹੀਂ ਲੈ ਪਾਵਾਂਗਾ ਮੈਂ, ਇਸ ਕਰਕੇ ਕਹਿ ਰਿਹਾ ਕਿ ਛੋਟਾ ਜਵਾਬ ਰੱਖ ਲਓ, ਨਾਲ ਦੀ ਨਾਲ ਮੈਂ ਪੁਆਇੰट्स ਦੇ ਉੱਤੇ ਜਵਾਬ ਲੈਂਦਾ ਰਹਾਂਗਾ। चौहान साहब, घग्गर समेत कोई भी दरिया जी, कोई भी नदी, नहर, नाला वो हरियाणा या पंजाब किसी भी राज्य के नागरिकों का या दिल्ली के नागरिकों का नुकसान न करे, ये सुनिश्चित करने के लिए हरियाणा के हितों को नुकसान पहुंचाए बिना जो भी करना संभव होगा हम हमेशा करेंगे। हमने पहले भी किया है, आगे भी कर देंगे। लेकिन जो हमसे उस 18 किलोमीटर के ट्रैक के बारे में आश्वासन मांग रहे हैं आज, क्या वो माफी मांगेंगे अपने मुख्यमंत्री के उस अभद्र बयान के लिए जो उन्होंने कहा ले लो पानी, हम ले लो पानी, ये बोली होती किसी मुख्यमंत्री की? क्या आम आदमी पार्टी आश्वासन देगी आज? इस विधायक हैं उनके, कोई छोटे मोटे साधारण व्यक्ति नहीं है, उनके पब्लिक रिप्रेजेंटेटिव हैं, इलेक्टेड रिप्रेजेंटेटिव। क्या ये विधायक महोदय पंजाब और हरियाणा के हित में ये आश्वासन देंगे कि हरियाणा को रावी ब्यास के पानी में उसका हिस्सा देने के लिए सुप्रीम कोर्ट ने SYL बनाने का जो आदेश बारंबार दिया है, उस आदेश को मानते हुए ये कल सुबह से SYL निर्माण के रास्ते वो तैयार करने शुरू करेंगे। आपको लगता है दो चीजों को क्लब कर रहे हैं? देखिए चौहान साहब, पॉइंट ये ना कि SYL का मुद्दा बहुत पुराना है, अगर वो हल नहीं होगा तो यहाँ घग्गर की बात नहीं है जी, ये ऐसे नहीं कर सकते ना आप हमारे साथ। मैं सिर्फ ये कह रहा हूं कि जो चीज आपको दर्द देती है वो तो दर्द, तो मतलब आपका खून तो खून और हमारा खून पानी। हम भाई साहब 1966 से अपना हक मांग रहे हैं, सुप्रीम कोर्ट में एस्टैब्लिश हक है, उसको आप कह रहे हैं उसका जिक्र ना करो। और जो ये कोई इशू उठा रहे हैं वो कोर्ट में पेंडिंग है, अभी तो वो पेंडिंग है कोर्ट में, उस पर आश्वासन चाहिए। ठीक है, आपकी बात मैं जवाब ले लेता हूं, लेकिन देखिए चौहान साहब, ये भी है ना बात कि जो 18 किलोमीटर का वो पूरा एक स्ट्रेच बोला जा रहा है, देखिए वो तो तबाही हरियाणा की तरफ भी कभी ला सकता है। अब अगर 500 फीट चौड़ी, 500 फीट चौड़ी घग्गर आगे जाके 200 फीट चौड़ी हो जाएगी, कम हो जाएगी, तो वो तो फिर तबाही उस तरफ भी हो सकती है, इस तरफ भी हो सकती है। एक छोटी सी बात कह रहा हूं कि ये तबाही तो आज हुई है, आंशिक तबाही कभी कभार होती होगी। 1966 से आज तक हमारे हिस्से का जो पानी पंजाब ने दिया है के कारण तबाही हरियाणा में भी हुई है। हरियाणा के किसानों का आर्थिक नुकसान सालों साल का हजारों करोड़ रुपए में काउंट होगा। ठीक है बनावाली साहब जवाब दियो सर, छोटा जा ਆਪਾਂ ਲੈਨੇ ਆ ਸਰ ਜਵਾਬ ਲੈਨੇ ਆ। बनावाली साहब जवाब ਦੇ ਦਿਓ। ਵਲਟੋਹਾ ਸਾਹਿਬ ਇਹ ਵੀ ਕਹਿ ਰਹੇ ਸੀ ਕਿ ਵਕ-ਵਕ ਥਾਵਾਂ ਦੇ ਉੱਤੇ ਨੁਕਸਾਨ ਹੋਇਆ, ਉਹਦੀ ਜਵਾਬਦੇਹੀ ਤਾਂ ਤੁਹਾਡੀ ਹੈ, ਉਹਨਾਂ ਦਾ ਵੀ ਜਵਾਬ ਦੇ ਦਿਓ।
ਗੌਰਵ ਜੀ ਰਿਪੇਰੀਅਨ ਲਾ ਦੇ ਮੁਤਾਬਕ ਜਿੱਥੇ ਦਰਿਆ ਵਗਦੇ ਨੇ ਪਹਿਲਾ ਹੱਕ ਉਹਨਾਂ ਦਾ ਹੁੰਦਾ। ਅਸੀਂ ਕਹਿੰਦੇ ਆ ਕਿ ਜੇ ਸਾਡੇ सुप्रीम कोर्ट को नहीं पता कि आपको ज्यादा पता है। ਸਾਡਾ ਤਾਂ ਆਪਦੇ ਖੇਤ ਬੰਜਰ ਹੋ ਗਏ, ਸਾਡੇ ਤਾਂ ਆਪਣਾ ਪਾਣੀ ਸਾਡਾ ਜਿਹੜਾ ਹੈਗਾ ਡਾਰਕ ਜ਼ੋਨ ਦੇ ਵਿੱਚ ਆ ਗਿਆ। ਪੰਜਾਬ ਕੋਲੇ ਪਾਣੀ ਨਹੀਂ ਹੈਗਾ। ਜਿਹੜੀ ਪਾਣੀ ਦੀ ਮੇਜਰਮੈਂਟ ਜਦੋਂ ਹੋਈ ਸੀਗੀ ਉਸ ਵੇਲੇ ਦਰਿਆ ਜਿਵੇਂ ਚੱਲਦੇ ਉਸ ਟਾਈਮ ਦਾ ਤਾਂ ਪਾਣੀ ਹੈ ਨਹੀਂਗਾ। ਸੋ ਅਸੀਂ ਕਹਿੰਦੇ ਕਿ ਹਰਿਆਣੇ ਨੂੰ ਜਿਹੜੇ ਦਰਿਆ ਰਿਪੇਰੀਅਨ ਲਾ ਦੇ ਮੁਤਾਬਕ दरिया तो जैसी का मुख्यमंत्री साहब का बार-बार नाम है। भारत के सुप्रीम कोर्ट को रिपेरियन लॉ नहीं पता, आम आदमी पार्टी तस्करे मुख्यमंत्री को लॉ पता है। पंजाब डुब जे ਤਾਂ ਜਦੋਂ ਪੰਜਾਬ ਦੀ ਤਬਾਹੀ ਹੁੰਦੀ ਆ, ਪੰਜਾਬ ਦੇ ਲੋਕ ਡੁੱਬਦੇ ਨੇ ਤਾਂ ਪਹਿਲਾ ਹੱਕ ਪੰਜਾਬ ਦਾ। ਅਸੀਂ ਤਾਂ ਇਹ ਤੱਕਥੋਂ ਤੱਕ ਕਹਿੰਦੇ ਆ ਕਿ ਚਾਹੇ ਰਾਜਸਥਾਨ ਨੂੰ ਜਿਹੜਾ ਪਾਣੀ ਦਿੱਤਾ ਗਿਆਗਾ, ਨਹਿਰਾਂ ਕੱਢੀਆਂ ਗਈਆਂ ਨੇ, ਉਹ ਤੇ ਵੀ ਪੰਜਾਬ ਦਾ ਹੱਕ ਸੀਗਾ। ਪੰਜਾਬ ਨੂੰ ਮਾਰ ਕੇ ਪੰਜਾਬ ਬੰਜਰ ਬਣ ਗਿਆ। ਅੱਜ ਪੰਜਾਬ ਕੋਲੇ ਪਾਣੀ ਜੇ ਅਸੀਂ ਵਾਧੂ ਹੋਊਗਾ ਅਸੀਂ ਕਿਉਂ ਨਾ ਦੇਵਾਂਗੇ, ਪਰ ਪੰਜਾਬ ਕੋਲੇ ਆਉਦਾ ਹੀ ਪਾਣੀ ਹੈ ਨਹੀਂਗਾ। ਜਦੋਂ ਚਲੋ ਆਪਾਂ ਮੁੱਦੇ ਉੱਤੇ ਰਹੀਏ। ਗੱਲ ਇਹ ਕਿ ਐਸਵਾਈਐਲ ਤੇ ਨਾ ਚਲੇ ਜਾਈਏ। ਅੱਜ ਕੱਲ ਤਾਂ ਪਾਣੀ ਬਹੁਤ ਹੈ, ਦਿੱਕਤ ਹੈ ਉਸ ਦੀ ਵਜ੍ਹਾ ਦੇ ਨਾਲ। मैं इसे करके कह रहे हैं पॉइंट पे रहिए सर, पॉइंट दे उत्ते रहिए। एक सिंगल सेंटेंस फालतू। जी चौहान साहब, आप कह रहे हो विधायक महोदय कि पानी नहीं है, पंजाब बंजर हो गया। भाई साहब, पंजाब में से बड़े दरियाओं का पानी, सरप्लस पानी वो पाकिस्तान चला जाता, आपको दर्द नहीं होता। हरियाणा छोटा भाई है, हमें पानी दे दोगे तो आप दर्द हो रहा है, आप रोना शुरू करते हो, आप रुदन करते हो इस बात पे। हमसे भाईचारे की उम्मीद करते हो, हमसे हम किसान, हरियाणा का किसान ना करो। मेरा कहने का मतलब बीजेपी ਦੇ ਜਿਹੜੇ ਪ੍ਰਵਕਤਾ ਉਹਨਾਂ ਨੂੰ ਇੱਕੋ ਗੱਲ ਪੁੱਛਣਾ ਕਿ ਸਾਡੀ ਮਾਨਸਾ ਦੀ ਤਬਾਹੀ ਦੇ ਲਈ ਤੁਸੀਂ ਮਾਫੀ ਮੰਗਦੇ ਹੋ। ਤੁਹਾਡੀ ਪੁਲਿਸ ਆਈ, ਸਾਨੂੰ ਉੱਥੋਂ ਭਜਾਇਆ ਗਿਆ। ਕੀ ਕਰਕੇ ਸਰ ਲੋਕਾਂ ਤੱਕ ਗੱਲ ਪਹੁੰਚਾਈ, ਕੀ ਕਰਕੇ? मैं पॉइंट के उत्ते वापस आ रहे हैं। चौहान साहब, चौहान साहब इसी मुद्दे के ऊपर रहे। 144 क्यों लगा दी गई? आपको नहीं लगता कि जो फतेहाबाद के डीसी हैं उनसे भी सवाल जवाब होने चाहिए? लेट मी रिपीट गौरव जी, लेट मी रिपीट। 144 इसलिए लगाई क्योंकि हमारे क्षेत्र में कानून व्यवस्था की स्थिति पैदा हो रही थी। हमारे क्षेत्र में कानून व्यवस्था की स्थिति को निपटाना, संभालना हमारी जिम्मेदारी है। कल को हम कसियां लेके एसवाईएल खोदने आ जाएंगे, अलाउ करोगे क्या? बता दो गौरव जी। ਬਣਾਵਾਲੀ ਸਾਹਿਬ ਜੇ ਮੰਨਦੇ ਆ, ਆਪ ਮੰਨਦੇ ਆ ਵੀ ਅਸੀਂ ਕਾਨੂੰਨ ਵਿਵਸਥਾ ਦਾ ਨਾਮ ਲੈ ਕੇ ਇਹਨਾਂ ਨੂੰ ਬੰਦ ਤੋਂ ਭਜਾਇਆ। ਇਹ ਸਿੱਧਾ ਅੱਜ ਸਾਰੇ ਟੀਵੀ ਤੇ ਮੰਨ ਰਹੇ ਆ ਕਿ ਅਸੀਂ ਇਹਨਾਂ ਨੂੰ ਫਾਲਤੂ ਕੀ ਬਾਤ ਹੈ, ਕੋਈ ਸਮੱਸਿਆ ਸੀ ਤਾਂ ਸਾਡੇ ਐਸਐਸਪੀ ਸਾਹਿਬ ਵੀ ਉੱਥੇ ਸੀ, डीसी साहब भी होते थे। नहीं देखिए चौहान साहब, आपके तर्क ठीक है, लेकिन पॉइंट ये है कि अगर बांध को मजबूत किया जा रहा था, इससे किसी को क्या दिक्कत हो सकती है कि क्यों रोक दिया गया उन लोगों को? वहां पर आप सुनिए तो सही, जब पानी बह रहा है और वो पानी नुकसान कर रहा है, वहां दो पक्ष हैं, दोनों पक्षों के बीच लोग आपस में लड़ रहे हैं, तो एडमिनिस्ट्रेशन को इंटरवीन करना पड़ेगा। और मैं पंजाब को किसी भी कीमत पे, मैं सुनो विधायक महोदय, हम पंजाब को, हम उस पंजाब को, जिस पंजाब के मुख्यमंत्री बनवानी साहब, एक मिनट एक बात सुन लो मेरी, असली पंजाब ਉੱਥੇ जा के ग्राउंड लेवल हम पंजाब को, हम पंजाब को जी, हम पंजाब को बड़ा भाई मानते हैं, लेकिन बड़ा भाई पंजाब हमारे साथ यूं बदतमीजी करेगा, नमक छिड़केगा जख्मों पर के ले लो हूं पानी, और हमसे उम्मीद करेगा कि हम सारी बात उनकी सुन लेंगे। चलो थोड़ा वेट करो सब का डिबेट और पास से ना ले जाइए, समय पीछे बहुत कट है। बल्टोआ साहब एक थोड़ा सा इंतजार कीजिए। चौहान साहब आपका पॉइंट आ गया, बनावाली साहब ਤੁਹਾਡੀ ਵੀ ਗੱਲ ਆ ਗਈ ਹੈ, ਆਪਾਂ ਸਾਰੇ ਨੂੰ ਐਡ ਕਰਨਾ ਹੈ। ਬਲਟੋਆ ਸਾਹਿਬ ਸਾਜ਼ਿਸ਼ ਨਜ਼ਰ ਆ ਰਹੀ ਹੈ। ਗੱਲ ਹੈ ਤੁਸੀਂ ਵੀ ਜ਼ਿਕਰ ਕਰ ਦਿੱਤਾ ਕਿ ਪੰਜਾਬ 'ਚ ਵੱਖ-ਵੱਖ ਥਾਵਾਂ ਦੇ ਉੱਤੇ ਟੁੱਟੇ ਨੇ ਇਹ ਬੰਨ, ਪਰ ਜੇ ਇੱਕ ਬੰਨ ਵੀ ਰੋਕ ਲਿਆ ਜਾਂਦਾ, ਇੱਕ ਬੰਨ ਨੂੰ ਵੀ ਬਚਾ ਲਿਆ ਜਾਂਦਾ ਤਾਂ ਕਿੰਨੇ ਹੀ ਪਿੰਡ, ਹਜ਼ਾਰਾਂ ਲੋਕ ਬਚ ਸਕਦੇ ਸੀ ਪਾਣੀ ਦੀ ਮਾਰ ਤੋਂ। आप एक बार भी बाकी चार का जिक्र करते ईमानदारी से तो लगता कि आप निष्पक्ष हो, एक बांध पे अटके पड़े हो। बलटोआ साहब देखो गौरव, बेनती इन्नी करके मैं पहला भी गल की कि जदों अजिहे हालात बनते ने तो फिर तो कहते कि दुश्मन की मदद करनी चाहिए, तो फिर दावा भी करते हैं कि पंजाब बड़ा भरा है तो हरियाणा छोटा भरा। तो ये तो गल होगी जिवें कहते हिंदी चीनी भाई भाई, वो गल होगी। दूसरे बने जिहड़ा साडा सब तो वड्डा दुश्मन देश पाकिस्तान है जी, जे पाकिस्तान गेट ना खोलदा, जे वो अपने इलाके च पानी ना लैंदा ते पंजाब दे अंदर होर किड्डी वड्डी तबाही मचनी सी। उन्हां ने फराख दिली दिखाई है कि भावें साडे मीडिया ने जां साडीआं सरकारां ने उन्हां दा धन्नवाद नहीं कीता जिस कदर करना बनदा सीगा, भावें साडे
100 ਉਹਨਾਂ ਨਾਲ ਵਿਰੋਧ ਨੇ, ਪਰ ਉਹਦੇ ਬਾਵਜੂਦ ਵੀ ਉਹਨਾਂ ਲੋਕਾਂ ਨੇ ਉਹ ਸਭ ਤੋਂ ਉੱਪਰ ਉੱਠਦਿਆਂ ਹੋਇਆਂ ਮਨੁੱਖਤਾ ਦੇ ਨਾਤੇ ਜਿਹੜੇ ਆ ਉਹ ਗੇਟ ਜਿਹੜੇ ਆ ਸਾਡੇ ਇੱਧਰ ਤਬਾਹੀ ਮਚਾ ਰਿਹਾ ਸੀ ਪਾਣੀ, ਉਹ ਆਪਦੇ ਇਲਾਕੇ 'ਚ ਗੇਟ ਖੋਲ੍ਹ ਕੇ ਉਹ ਲੈ ਗਏ। ਪਰ ਇੱਧਰ ਸਾਡੇ ਜਿਸ ਤੱਕ ਹਰਿਆਣੇ ਦੀ ਗੱਲ ਹੈ, ਜਿਸ ਤਰ੍ਹਾਂ ਦੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਹੈ, ਜਿਸ ਤਰ੍ਹਾਂ ਚੰਦਪੁਰਾ ਬੰਨ੍ਹ ਦੀ ਆਪਾਂ ਗੱਲ ਕਰਦੇ ਹਾਂ, ਜੇ ਉੱਥੇ ਕਿਉਂਕਿ ਜਿਹੜੀਆਂ ਰਿਸ਼ਤੇਦਾਰੀਆਂ ਨੇ ਨਾ ਜੀ, ਇਹ ਸਾਰਾ ਪੰਜਾਬੀ ਬੋਲਦਾ ਇਲਾਕਾ ਆ। ਬਿਲਕੁਲ, ਇਹ ਕੋਈ ਉੱਥੇ ਹਰਿਆਣਵੀ ਲੋਕ ਨਹੀਂ ਜ਼ਿਆਦਾ ਰਹਿੰਦੇ, ਹਰਿਆਣਵੀ ਬਹੁਤ ਘੱਟ ਨੇ। ਜ਼ਿਆਦਾਤਰ ਲੋਕ ਪੰਜਾਬੀ ਨੇ, ਪੰਜਾਬੀਆਂ ਦੇ ਇੱਕ ਦੂਜੇ ਨਾਲ ਰਿਸ਼ਤੇਦਾਰੀਆਂ ਨੇ, ਸਾਂਝਾ ਨੇ, ਦੁੱਖ ਸੁੱਖ ਇੱਕ ਹੈ। ਹਾਂਜੀ, ਉੱਥੇ ਤੁਸੀਂ ਅੱਜ ਆਪਣਾ ਉਹ ਹਰਿਆਣੇ ਵਾਲੀ ਕਿਹੜ ਜਿਹੜੀ ਹੈ, ਉਹ ਉੱਥੇ ਬੈਠੇ ਫਰਮਾਨ ਜਾਰੀ ਕਰਤਾ ਕਿ ਪੰਜਾਬ ਵਾਲਿਆਂ ਨੂੰ ਪੈਰ ਨਹੀਂ ਪਾਉਣ ਦੇਣਾ। ਹਾਂਜੀ, ਭਾਵੇਂ ਇਹ ਦੇਖੋ, ਭਾਵੇਂ ਜੋ ਮਰਜ਼ੀ ਕਹੀ ਜਾਣ ਜੀ, ਉੱਥੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਗਈ ਸੀਗੀ। ਹਾਂਜੀ, ਉਹ ਇਹ ਕਲੇਮ ਕਰ ਸਕਦੇ ਆ, ਕਿਉਂਕਿ ਇਹਨਾਂ ਕੋਲ ਸਰਕਾਰ ਆ, ਉਸ ਆਧਾਰ ਤੇ ਇਹ 144 ਦੀ ਗੱਲ ਕਰ ਸਕਦੇ ਆ। ਪਰ ਗੱਲ ਮੁੱਕਦੀ ਕੀ ਹੈ, ਗੱਲ ਮੁੱਕਦੀ ਸਾਡੀ ਇੰਨੀ ਕੁ ਹੈ ਕਿ ਗੌਰਵ ਜੀ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਇੱਕ ਦੂਜੇ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ। ਪਾਕਿਸਤਾਨ ਤੱਕ ਨੇ ਤਾਂ ਸਾਨੂੰ ਕੋਆਪਰੇਟ ਕਰਤਾ ਕਿ ਸਾਡਾ ਜਿਹੜਾ ਹੜ੍ਹਾਂ ਦਾ ਪਾਣੀ ਸੀ ਉਹ ਪਾਕਿਸਤਾਨ 'ਚ ਗੇਟ ਖੋਲ ਕੇ, ਜਿਹੜਾ ਕਿ ਨਾ ਖੋਲਦਾ ਸਾਡੇ ਬਹੁਤ ਵੱਡੀ ਤਬਾਹੀ ਹੋ ਸਕਦੀ ਸੀਗੀ। ਪਰ ਸਾਰਿਆਂ ਨੂੰ ਸੋਚਣ ਦੀ ਲੋੜ ਹੈ। ਅੱਜ ਕਿਸੇ ਨੂੰ ਵੀ ਸਿਆਸਤ ਕਰਨ ਦੀ ਲੋੜ ਨਹੀਂ, ਸਿਆਸਤ ਤੋਂ ਉੱਪਰ ਉੱਠ ਕੇ ਲੋਕਾਂ ਦੀ ਬਾਹ ਫੜਨ ਦੀ ਲੋੜ ਹੈ, ਲੋਕਾਂ ਨੂੰ ਬਚਾਉਣ ਦੀ ਲੋੜ ਹੈ। जी, मैं इसी गल पे जवाब ले लूं चौहान साहब। बस मुझे इतना कहना है कि हमें उपदेश देने वाले पंजाब के मुख्यमंत्री, पंजाब के मंत्रियों के बर्ताव को देखें। जो पानी हिमाचल से आया, पंजाब के रास्ते हरियाणा में भी आया, हमने ये नहीं कहा कि पंजाब ने पानी हमें क्यों दे दिया, हमने कोई दरवाजा अपना बंद नहीं किया। लेकिन जिस पार्टी की सरकार पंजाब में वो हमारे ऊपर ब्लेम लगा रही है, और उधर वो दिल्ली में बैठे हुए अरविंद केजरीवाल नाम के जो सियासतदान हैं, हरियाणा का वो निकम्मा बेटा भी ये कह रहा है कि हरियाणा ने पानी नहीं रोका। बताइए, बाढ़ का पानी रोका जा सकता है क्या? तो हमारे ऊपर तो फर्जी तरीके से ब्लेम लगाने का एक गेम चल रहा है, और ये गेम इसलिए चल रहा है गौरव भाई, केवल और केवल इसका कारण ये है कि अरविंद केजरीवाल भी फेल हुआ है, और इधर भगवंत सिंह मान, जो कि अरविंद केजरीवाल के हाथ में जिनका बटन है, वो भी फेल हुए हैं पंजाब के और दिल्ली के लोगों को। ठीक है सर, जवाब लेना जी, जवाब लेना है, लेकिन उससे पहले रविंदर जी का रुख कर दें, उन्होंने तक आवाज होपफुली पहुंच रही होगी। डोल साहब, देखिए आपने बहुत तफसील से तो वो बात कर दी, लेकिन बात यह है कि एक तो साजिश वाली बात हो रही है। अब चौहान साहब ने बीच में कह दिया कि बाकी जो बांध टूटे हैं उनका जिक्र नहीं हुआ। देखिए सर, जिक्र तो हम सबका कर रहे हैं, लेकिन बात यह है जो बचाया जा सकता था वो नहीं बचा, वो चाहे पंजाब की तरफ है चाहे हरियाणा की तरफ है, वो नहीं हुआ, इसलिए दिक्कत है, इसलिए प्रॉब्लम हो रही है। नहीं देखिए, डिबेट कर दूंगा, अगर हरियाणा के किसी गांव में पानी चला गया मैं डिबेट कर दूंगा। बड़ी तकलीफ है इस समय कि पंजाब के गांव के लोगों को दिक्कत हो रही है, दिक्कत हो रही है सर। जो बांध टूट गया था जो बचाया जा सकता है, मेरी बात को कोई दिक्कत नहीं है सर, पंजाब हो हरियाणा हो कहीं भी हो, देश मेरी बात को सुनिए। हरियाणा के सिर पर ठीक मेरी बात को सुनिए, 4 टूटे हुए आपको दिखाई नहीं देते। सर उसका जवाब नहीं है ना, बात यह है कि उसका बहुत क्लियर आंसर होना चाहिए। एक सेकंड सुनिए सर, रविंदर जी भी कुछ बात कर रहे हैं, मेरी बात को ठीक है रविंदर जी। भद्दे बयान पर आपने एक लाइन नहीं बोली पूरी डिबेट में। जी रविंदर जी एक्यूजेशन एंड क्रॉस एक्यूजेशन के अलावा कुछ नहीं है। आज हरियाणा के 1386 गांव जो है लगभग बाढ़ के साथ में डूबे हुए हैं, तो हरियाणा किसी और के ऊपर जिम्मेदारी डालेगा क्या? ये क्रॉस एक्यूजेशन है, अनवेरिफाइड फैक्ट्स है। ये कोई फैक्ट फाइंडिंग कमेटी की रिपोर्ट नहीं है जिसको आप हम यहाँ पर बैठ करके कोट कर रहे हैं। मैं जिस चीज की यहाँ पर बात कर रहा था कि जो हरियाणा के ऊपर एक्यूजेशन डालने की जगह यदि पंजाब सरकार अपने उसको देखे, अपने अंदर अंतरात्मा को देखे, अपने खुद के इंतजामात को देखे कि क्या डिसिल्टिंग की गई थी, क्या इन्होंने अपनी तैयारी की थी, या कितनी हरियाणा के अंदर भी बहुत ज्यादा एक्स्ट्रा ऑर्डिनरी बारिश आई हरियाणा के अंदर। 1380 से ऊपर गांव आज के दिन में आधिकारिक रिपोर्ट है अभी शाम की सरकार की जारी की, हरियाणा के डूबे हुए हैं। क्या हरियाणा की इसके ऊपर पंजाब के ऊपर या हिमाचल प्रदेश के ऊपर या प्रकृति के ऊपर दोषारोपण करेगा? नेचुरल कैलामिटी है। नेचुरल कैलामिटी के अंदर जो है एक ऐसा समय है जहां पर कि पंजाब के अफसरों को आकर के हरियाणा के अफसरों से बैठ करके एक योजना बनानी चाहिए। वहां पर आप इस प्रकार की बात कर रहे हैं क्योंकि आपके मुख्यमंत्री मखौल उड़ा रहे हैं, क्योंकि आपके मुख्यमंत्री इतने संजीदा नहीं है नेचुरल कैलामिटी को लेकर के कि भाई इनको तो ये लग रहा है कि भाई कोई कॉमेडी की जो पुराने टाइम में 20 साल पहले वो बनाते थे ऐसी कोई सीडी रिकॉर्ड हो रही है कि ले लो हुण। मतलब
मतलब ये टिप्पणी करने लायक भी बात नहीं है, जिसके ऊपर किसी भी संजीदा राजनीतिक व्यक्ति को टिप्पणी करनी चाहिए। और एक मुख्यमंत्री को यही पता नहीं है कि बांध में और बैराज में फर्क क्या होता है। बंदर के हाथ में उस्तरा एक हरियाणा की एक बहुत पुरानी हिंदी की कहावत है, इसके अलावा कुछ भी नहीं है पंजाब की सरकार और दिल्ली की सरकार। बनावाली साहब मेरे को समा बहुत घट है सर, ਤੁਹਾਡੀਆਂ ਗੱਲਾਂ ਦਾ ਜਵਾਬ ਲੈ ਲਵਾਂ। बनावाली साहब मैं गौरव जी एक ही गल कहना गा, कहते पुख्ता सबूत नहीं 144 लगी ऑर्डर जारी होया देख लै। दूसरी गल मैं कहना कि जेडे हरियाणे वाले साडे वाले पासे पिंड हरियाणे दे आ, एक बारी उत्थे दौरा कर लैण कि वो लोग इन्हां नूं जाण देणगे कि नहीं। वो तो हरियाणे दे ना, उन्हां नूं भी पता कि हरियाणे दी सरकार ने नाल साडे नाल भी धक्का करता। एक बारी उत्थे दौरा कर लैण, जे असीं झूठ बोलदे आ तो इन्हां दे हरियाणे ठीक है। नहीं बनावाली साहब देखो पॉइंट अगला ये भी है, देखो पॉइंट ये भी है सर, ये भी पॉइंट है। देखो चर्चा ਆਪਾਂ ਕੰਕਲੂਡ ਵਾਲੇ ਪਾਸੇ ਪਹੁੰਚੇ ਹੋਏ ਆ ਕਿ ਬੰਨ ਨੂੰ ਮਜ਼ਬੂਤ ਕਰਨ ਦਾ ਚੇਤਾ ਤੁਹਾਡੇ ਵਿਰੋਧੀ ਪੰਜਾਬ ਵਾਲੇ ਵੀ ਕਹਿ ਰਹੇ ਨੇ ਕਿ ਤੁਹਾਨੂੰ ਹੁਣੇ ਆਇਆ। 4 ਤਰੀਕ ਨੂੰ ਆ ਗਿਆ ਸੀ ਪੂਰਾ ਅਲਰਟ ਕਿ ਪੰਜਾਬ ਦੇ ਵਿੱਚ ਜ਼ਬਰਦਸਤ ਬਰਸਾਤ ਹੋ ਸਕਦੀ ਹੈ, ਕੋਈ ਮੀਟਿੰਗ ਨਹੀਂ ਹੋਈ। ਤੁਹਾਡੇ ਵਿਰੋਧੀ ਇਲਜ਼ਾਮ ਲਗਾ ਰਹੇ ਹਨ ਕਿ ਪਾਣੀ ਉਸ ਸਮੇਂ ਛੱਡਿਆ ਜਾ ਸਕਦਾ ਸੀ, ਰੋਪੜ ਹੈਡਵਰਕਸ ਤੋਂ ਨਹੀਂ ਛੱਡਿਆ ਗਿਆ, ਰੋਕ ਕੇ ਰੱਖਿਆ ਗਿਆ। ਫਿਰ ਜਦੋਂ ਮੀਂਹ ਪੈ ਗਿਆ ਤਾਂ ਫਿਰ ਸਾਡੇ ਕੋਲ ਕੋਈ ਚਾਰਾ ਨਹੀਂ ਸੀ, ਹੜ੍ਹ ਆ ਗਏ। गौरव जी एक पासे तो कह रहे हैं कि हरियाणा कुदरती आपदा किवें रोक के दिल्ली च पानी जाना ही जाना सी, दूजे पासे सानू कह रहे हैं कि उस हैडवर्क्स तो क्यों छड्डिया, उस तो क्यों छड्डिया। जिथों तक गल मैं एक गल इन्हां नूं पुछणी चाहणागा, तुसीं कहंदे कि बंन मजबूत नहीं सी, ਇਹ ਬੰਨ ਇਸੇ ਜਿਹੜੇ ਲੈਵਲ ਤੇ ਪਾਣੀ ਚੱਲ ਰਿਹਾ ਸੀ ਤੇ ਲਗਾਤਾਰ 4 ਦਿਨ ਦਾ ਉਸ ਲੈਵਲ ਤੇ ਪਾਣੀ ਚੱਲ ਰਿਹਾ ਸੀ ਤੇ ਜੇ ਬੰਨ ਮਜ਼ਬੂਤ ਸੀ ਅਸੀਂ ਉੱਥੇ ਰੁਕੇ ਹੋਏ ਸੀ, ਸਰਕਾਰ ਸੀ, ਸਾਡੇ ਅਫਸਰ ਸਾਹਿਬਾਨ ਸੀ, ਇਸੇ ਲਈ ਬੰਨ ਨਹੀਂ ਟੁੱਟਿਆ। ਤੁਸੀਂ ਮੈਂ ਕਨਕਲੂਡ ਕਰਾਂ ਸਰ, ਤੁਹਾਡਾ ਛੋਟਾ ਜਿਹਾ ਇੱਕ ਸਟੇਟਮੈਂਟ ਚਾਹੀਦਾ ਹੈ। ਆਪਾਂ ਬਹੁਤ ਸਿਆਸੀ ਤੌਰ ਦੇ ਉੱਤੇ ਗੱਲਬਾਤ ਇਲਜ਼ਾਮ ਤਰਾਸ਼ੀਆਂ ਕਰ ਲੀਆਂ, ਹੁਣ ਅੱਗੇ ਹੋਏਗਾ ਕਿ ਬਣਾਵਾਲੀ ਸਾਹਿਬ ਜਿਹੜੇ ਲੋਕ ਇਸ ਸਮੇਂ ਦਿੱਕਤ ਦੇ ਵਿੱਚ ਨੇ ਉਹ ਤੁਹਾਨੂੰ ਜੇਕਰ ਸੁਣ ਰਹੇ ਹੋਣਗੇ ਤਾਂ ਉਹ ਇਹ ਜਾਣਨਾ ਚਾਹੁੰਦੇ ਨੇ ਕਿ ਠੀਕ ਹੈ ਹੋ ਗਿਆ ਜੋ ਹੋਣਾ ਸੀ ਹੋ ਗਿਆ, ਅੱਗੇ ਦੱਸੋ ਸਰ ਸਾਡਾ ਕਿਵੇਂ ਬਚਾਅ ਹੋਏਗਾ, ਸਾਡੇ ਤੱਕ ਰਾਹਤ ਕਿਵੇਂ ਪਹੁੰਚੇਗੀ, ਇਹ ਜਿਹੜਾ ਬੰਨ ਟੁੱਟ ਗਿਆ ਉਹ ਕਿਵੇਂ ਪੂਰਿਆ ਜਾਏਗਾ। गौरव जी जिथों बन टुटिया फिर कहना कि हरियाणे का हिस्सा, पर साडे कोले असी दूसरे पासे जिथे आके रोड बनती है बन नूं बन सकते हैं। ठीक है जी, मैं कंक्लूड करना है, तुसीं ये दस दो कि हरियाणा वाले पासे उस बन नूं पूरन दा काम शुरू होया कि नहीं होया? नहीं उस साइड ते गौरव जी बन पूरे नहीं जा सकता, जेड़ा पानी दा बहाव ते को हरियाणे दा एरिया सी अगे जाके जिथे बन नूं रोक सकते। नहीं मैं हरियाणा दी कह रहा कि हरियाणा दी सरकार या प्रशासन ने कोई कोशिश शुरू की है कि नहीं? बिल्कुल नहीं। ठीक है चौहान साहब फाइनल स्टेटमेंट सर ਤੁਹਾਡੀ। चौहान साहब ਹੁਣ ਤੁਸੀਂ ਫੇਰ ਕਹੋਗੇ कि बार-बार उसे दे के फोकस कर रहे हैं गौरव। गौरव जी मुझे कोई दिक्कत नहीं है, आप वहीं के वहीं अटके रहें, लेकिन अच्छा ये हो कि आम आदमी पार्टी की सरकार को उसकी जिम्मेदारियों का आप एहसास कराएं, वो अपना काम ठीक से कर लें। हरियाणा अपना काम बखूबी कर रहा है, हमारे यहाँ कोई खामी होगी तो मैं जिम्मेदारी के साथ कह रहा हूँ उसको दूर कर लें। चौहान साहब वो कह रहे हैं कि लगभग 24 घंटे हो चले हैं उस बांध को टूटे हुए, हरियाणा की तरफ से कोई भी उसको पूरने की कोशिश नहीं हुई। क्या इनके मुंह से एक बार भी ये निकला अरे हमारी तरफ बनावाली साहब हमारी तरफ कोई गलती होगी हम ठीक करेंगे, लेकिन क्या आप अपने मस्करे मुख्यमंत्री को भविष्य में ऐसी भद्दी भाषा न बोलने के लिए कहेंगे? क्या अरविंद केजरीवाल को डैम और बैराज का अंतर समझाएंगे? ये तो कह दीजिए कम से कम। ठीक है चलो सर, मेरे को समा खत्म हो चला है बनावाली साहब। गौरव जी ਅਸੀਂ ਤਾਂ ਇਹੀ ਕਿਹਾ ਕਿ ਜਦੋਂ ਪਾਣੀ ਦੀ ਲੋੜ ਨਹੀਂ ਹੁੰਦੀ ਉਦੋਂ ਤਾਂ ਸਾਨੂੰ ਕਹਿੰਦੇ ਨੇ ਤੁਸੀਂ ਡੁੱਬ ਜਾਓ, ਤੇ ਮੁੱਖ ਮੰਤਰੀ ਸਾਹਿਬ ਨੇ ਕੀ ਗਲਤ ਕਿਹਾਗਾ ਕਿ ਡੁੱਬਣ ਲਈ ਇਕੱਲਾ ਪੰਜਾਬ। ठीक है सर, ਗੱਲ ਪਤਾ ਕੀ ਹੈ ਬਣਾਵਾਲੀ ਸਾਹਿਬ, ਉਹ ਮੌਕਾ ਜੇ ਹੈ ਹਰਿਆਣਾ ਨੂੰ ਲੱਗ ਰਿਹਾ ਕਿ ਸਾਡੇ ਜ਼ਖਮਾਂ ਤੇ ਲੂਣ ਭੁੱਕਿਆ ਜਾ ਰਿਹਾ ਹੈ। ਗੱਲ ਹੈ ਕਿ ਹੁਣ ਸਿਆਸੀ ਤੌਰ ਦੇ ਉੱਤੇ ਪੋਲੀਟੀਕਲ ਤੌਰ ਤੇ ਬਹੁਤ ਬਿਆਨਬਾਜ਼ੀਆਂ ਹੁੰਦੀਆਂ, ਉਹਨੂੰ ਹਰ ਕੋਈ ਵੱਖੋ ਵੱਖਰੇ ਐਂਗਲ ਦੇ ਨਾਲ ਲੈਂਦਾ ਹੈ ਔਰ हरियाणा उमें ही रिएक्ट कर रहे हैं। शुक्रिया, मैं माफी चाहूंगा विचाली रोकने समा अपने को खत्म हो चले है। शुक्रिया बनावाली साहब धन्यवाद, चौहान साहब तुहाडा भी धन्यवाद साडे नाल जुड़न दे लई, बलटोहा साहब और रविंदर जी तुहाडा भी बहुत बहुत धन्यवाद साडे नाल जुड़न दे लई। ज्यादा समा नहीं दे पाया अज, माफी चाहूंगा उस दे लई। ये पूरा मुद्दा पानियां दे नाल जुड़िया होया। मैं शुरुआत जिथों कीती सी कि देखो सियासी तौर दे उत्ते जिन्नी मर्जी बयानबाजी हुंदी रहे पर लोकां नूं जिहड़ियां दिक्कतां हो रहीआं ने उसदी जवाबदेही किसी दी तां बनेगी कि वाकई ही अजिहा कोई फार्मूला कढ़िया जा सकता है कि वो चाहे हरियाणा दे विच होवे या जिहड़ा कोई किनारा या बन पंजाब दे विच होवे।
ਤਾਂ ਇਹ ਨਾ ਹੋਵੇ ਕਿ ਉਹਨੂੰ ਕੰਟਰੋਲ ਕਰਕੇ ਦੂਜੇ ਪਾਸੇ ਪਾਣੀ ਛੱਡ ਦਿੱਤਾ ਜਾਵੇ, ਜਿਸ ਤਰੀਕੇ ਦੇ ਇਲਜ਼ਾਮ ਲੱਗ ਰਹੇ ਨੇ। ਹਾਲਾਂਕਿ ਹੁਣ ਤੱਕ ਛੱਡਿਆ ਗਿਆ ਜਾਂ ਫਿਰ ਉਸ ਦੇ ਪਿੱਛੇ ਕੋਈ ਸਾਜ਼ਿਸ਼ ਹੈ ਨਹੀਂ ਹੈ, ਜਾਂਚ ਦਾ ਵਿਸ਼ਾ ਹੈ। ਪਰ ਹੁਣ ਵੀ ਉਮੀਦ ਕਰਦੇ ਹਾਂ ਕਿ ਦੋਵੇਂ ਸਰਕਾਰਾਂ, ਸੂਬੇ ਦੋਵੇਂ ਦੇ ਪ੍ਰਸ਼ਾਸਨ ਪੰਜਾਬ ਹਰਿਆਣਾ ਦੇ ਮਿਲ ਕੇ ਇਹਨਾਂ ਬੰਨਾਂ ਨੂੰ ਪੂਰਨ। ਬਹੁਤ ਨੁਕਸਾਨ ਹੋ ਰਿਹਾ ਹੈ, ਜਿਨ੍ਹਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ, ਚਾਹੇ ਉਹ 1 ਫੁੱਟ ਹੋਵੇ, 2 ਹੋਵੇ, 3 ਹੋਵੇ, ਬਹੁਤ ਔਖਾ ਹੈ। ਸੋਚ ਕੇ ਦੇਖੋ ਕਿ ਤੁਹਾਡੇ ਬੈੱਡ ਦੇ ਹੇਠਾਂ ਪਾਣੀ ਵੜ ਗਿਆ, ਤੁਹਾਡੇ ਘਰ ਦਾ ਫਰਨੀਚਰ ਬਰਬਾਦ ਹੋ ਗਿਆ, ਤੁਹਾਡੇ ਘਰ ਦੇ ਵਿੱਚ ਸਮਾਨ ਰੱਖਣ ਨੂੰ ਥਾਂ ਨਹੀਂ ਹੈ। ਔਰ ਸ਼ਾਇਦ ਇਹ ਸਿਆਸਤਦਾਨ ਵੀ ਇਸ ਗੱਲ ਨੂੰ ਸਮਝਣਗੇ, ਮਹਿਸੂਸ ਕਰਨਗੇ ਲੋਕਾਂ ਦੀ ਇਸ ਦਿੱਕਤ ਨੂੰ। ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ।